ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਹੀ ਜੀ ਆਇਆਂ। ਅੱਜ ਦਾ ਸਾਡਾ ਵਿਸ਼ਾ ਗੁਰਬਾਣੀ ਵਿੱਚ ਮਨੁੱਖੀ ਕਦਰਾਂ ਕੀਮਤਾਂ। ਇਸ ਵਿਸ਼ੇ ਦੇ ਉੱਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਵਿਚਾਰਾਂ ਕਰ ਰਹੇ ਹਨ ਵੀਰ ਤੇਜਿੰਦਰ ਸਿੰਘ ਜੀ ਦਿੱਲੀ ਤੋਂ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਇਹ ਵਿਚਾਰ ਆਰੰਭ ਕਰਨ, ਗੁਰਬਾਣੀ ਵਿੱਚ ਆਈਆਂ ਮਨੁੱਖੀ ਕਦਰਾਂ ਕੀਮਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਚੇਅਰਮੈਨ ਸਾਹਿਬ ਨੇ ਅਨਾਉਂਸ ਕੀਤਾ ਹੈ ਕਿ ਅੱਜ ਜੋ ਆਪ ਜੀ ਨਾਲ ਵਿਚਾਰ ਦਾ ਵਿਸ਼ਾ ਚੁਣਿਆ ਗਿਆ ਹੈ ਉਹ ਹੈ ਗੁਰਬਾਣੀ ਵਿੱਚ ਆਈਆਂ ਮਨੁੱਖੀ ਕਦਰਾਂ ਕੀਮਤਾਂ। ਇਹ ਕਦਰਾਂ ਕੀਮਤਾਂ ਤੋਂ ਕੀ ਭਾਵ ਹੈ, ਮਨੁੱਖੀ ਜੀਵਨ ਦਾ ਮਨੋਰਥ ਕੀ ਹੈ, ਔਰ ਕਿਹੜੇ ਕੰਮ ਕਰਨ ਲਾਇਕ ਹਨ ਤੇ ਕਿਹੜੇ ਨਹੀਂ, ਇਹ ਸਭ ਸਮਝ ਕੇ ਜੀਵਨ ਵਿੱਚ ਸਫਲਤਾ ਕਿਵੇਂ ਮਿਲੇ, ਇਸ ਵਿਸ਼ੇ ਦੇ ਉੱਪਰ ਆਪ ਜੀ ਦੇ ਨਾਲ ਵਿਚਾਰਾਂ ਜਿਹੜੀਆਂ ਹਨ ਉਹ ਸਾਂਝੀਆਂ ਕਰਨੀਆਂ ਹਨ। ਤੋ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਦੁਨੀਆ ਦੇ ਵਿੱਚ ਚੰਗੇ ਮਨੁੱਖ ਹੋਏ ਹਨ ਤੇ ਮਾੜੇ ਮਨੁੱਖ ਵੀ ਹੋਏ ਹਨ। ਜਿਵੇਂ ਭਗਤ ਜਨ ਹੋਏ ਹਨ, ਸਿੱਖ ਗੁਰੂ ਸਾਹਿਬਾਨ ਹੋਏ ਹਨ, ਹੋਰ ਪੀਰ ਪੈਗੰਬਰ ਹੋਏ ਹਨ। ਤੋ ਇਹ ਸਾਰੇ ਜਿਹੜੇ ਹਨ ਮਹਾਨ ਇਸ ਲਈ ਹਨ ਕਿ ਉਹਨਾਂ ਦੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਕਦਰਾਂ ਕੀਮਤਾਂ ਅਪਣਾਈਆਂ, ਜੋ ਉਹਨਾਂ ਨੇ ਆਪਣੇ ਅੰਦਰ ਗੁਣ ਪੈਦਾ ਕੀਤੇ, ਉਹ ਸੁਚੱਜੇ ਗੁਣਾਂ ਕਰਕੇ, ਉਹਨਾਂ ਦੇ ਨਾਮ ਸਿਮਰਨ ਕਰਕੇ, ਉਹਨਾਂ ਦੇ ਲੋਕ ਭਲਾਈ ਦੇ ਕੰਮਾਂ ਕਰਕੇ ਉਹਨਾਂ ਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਹੈ। ਤੋ ਦੂਸਰੇ ਪਾਸੇ ਦੁਨੀਆ ਦੇ ਵਿੱਚ ਐਸੇ ਵਿਅਕਤੀ ਵੀ ਹਨ ਜਿਨ੍ਹਾਂ ਨੇ ਕਿ ਲੱਖਾਂ ਬੰਦੇ ਜਿਹੜੇ ਹਨ ਉਹ ਆਪਣੇ ਜੋ ਜੀਵਨ ਦੇ ਵਿੱਚ ਉਹਨਾਂ ਨੇ ਕਦਰਾਂ ਕੀਮਤਾਂ ਅਪਣਾਈਆਂ, ਜਿਨ੍ਹਾਂ ਕਰਕੇ ਉਹਨਾਂ ਦੀ ਮੱਤ ਜਿਹੜੀ ਹੈ ਉਹ ਭੈੜੀ ਚੱਲੀ ਤੇ ਉਹਨਾਂ ਮਨੁੱਖਤਾ ਦਾ ਹੀ ਘਾਣ ਕੀਤਾ। ਉਹਨਾਂ ਦੇ ਵਿੱਚੋਂ ਅਸੀਂ ਹਿਟਲਰ ਦਾ ਅਜੋਕੇ ਸਮੇਂ ਦੇ ਅੰਦਰ ਨਾਂ ਲੈਂਦੇ ਹਾਂ ਕਿ ਹਿਟਲਰ ਨੇ ਲੱਖਾਂ ਬੰਦੇ ਜਿਹੜੇ ਹਨ, ਜਿਊਜ਼ ਹਨ, ਉਹਨਾਂ ਨੂੰ ਉਹਨਾਂ ਦਾ ਕਤਲੇਆਮ ਕੀਤਾ, ਗੈਸ ਚੈਂਬਰਾਂ ਦੇ ਵਿੱਚ ਵਾੜ ਕੇ ਉਹਨਾਂ ਨੂੰ ਮਾਰਿਆ, ਹੋਰ ਅਨੇਕਾਂ ਤਰੀਕੇ ਦੇ ਨਾਲ ਉਹਨਾਂ ਨੂੰ ਖਤਮ ਕੀਤਾ। ਉਸ ਤੋਂ ਪਹਿਲਾਂ ਅਸੀਂ ਹਲਾਕੂ ਦਾ ਨਾਂ ਲੈਂਦੇ ਹਾਂ, ਚੰਗੇਜ਼ ਖਾਨ ਦਾ ਨਾਂ ਲੈਂਦੇ ਹਾਂ, ਅਸੀਂ ਬਾਬਰ ਦਾ ਨਾਂ ਲੈਂਦੇ ਹਾਂ, ਅਸੀਂ ਔਰੰਗਜ਼ੇਬ ਦਾ ਨਾਂ ਲੈਂਦੇ ਹਾਂ, ਜਹਾਂਗੀਰ ਦਾ ਨਾਂ ਲੈਂਦੇ ਹਾਂ, ਕਿ ਜਿਨ੍ਹਾਂ ਨੇ ਬੜੇ ਹੀ ਕਹਿਰ ਜਿਹੜੇ ਹਨ ਉਹ ਕਮਾਏ, ਔਰ ਇਹ ਚੀਜ਼ਾਂ ਉਹਨਾਂ ਦੇ ਨਾਂ ਦੇ ਨਾਲ ਹੀ ਜੁੜ ਗਈਆਂ ਕਿ ਉਹ ਕਿੰਨੇ ਭੈੜੇ ਵਿਅਕਤੀ ਸਨ। ਉਸ ਦਾ ਮੁੱਖ ਕਾਰਨ ਇਹ ਸੀਗਾ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜੋ ਕਦਰਾਂ ਕੀਮਤਾਂ ਅਪਣਾਈਆਂ ਉਹ ਮਨੁੱਖਤਾ ਦੇ ਵਾਸਤੇ ਘਾਣ ਸਾਬਤ ਹੋਈਆਂ। ਮਨੁੱਖਤਾ ਦਾ ਘਾਣ ਉਹਨਾਂ ਨੇ ਕੀਤਾ। ਇੱਕ ਇੰਗਲਿਸ਼ ਸੇਇੰਗ ਹੈ ਜਿਸ ਨੂੰ ਅਸੀਂ ਆਮ ਤੌਰ ਦੇ ਉੱਪਰ ਕੋਟ ਕਰਨੇ ਹਾਂ ਕਿ ਇਫ ਯੂ ਸੋ ਏ ਥਾਟ ਯੂ ਰੀਪ ਐਨ ਐਕਸ਼ਨ, ਕਿ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆਉਂਦਾ ਹੈ ਤੇ ਤੁਸੀਂ ਉਸ ਵਿਚਾਰ ਨੂੰ ਲਾਗੂ ਕਰਨ ਵਾਸਤੇ ਕੋਈ ਐਕਸ਼ਨ ਕਰਦੇ ਹੋ, ਤੇ ਯੂ ਸੋ ਐਨ ਐਕਸ਼ਨ ਯੂ ਰੀਪ ਏ ਹੈਬਿਟ, ਕਿ ਜਦੋਂ ਤੁਸੀਂ ਹੈਬਿਟ, ਫਿਰ ਤੁਹਾਡੀ ਹੈਬਿਟ ਬਣ ਜਾਂਦੀ ਹੈ ਕਿ ਮੈਂ ਇਸ ਤਰ੍ਹਾਂ ਕਰਨਾ, ਮੈਂ ਐਕਸ਼ਨ ਕਰਦਾ, ਮੈਂ ਐਕਸ਼ਨ ਕਰਦਾ। You sow a habit, you reap a character, and you sow character, you reap a nation. तो जिस तरह ਦੇ ਅਸੀਂ ਆਪਣੇ ਮਨ ਦੇ ਵਿੱਚ ਜਿਹੜੇ ਥਾਟ ਲਿਆਵਾਂਗੇ, ਜਿਸ ਤਰ੍ਹਾਂ ਦਾ ਅਸੀਂ ਸੀਡ ਪਾਵਾਂਗੇ, ਉਸ ਤਰ੍ਹਾਂ ਦੀ ਸੈਂਪਲਿੰਗ ਜਿਹੜੀ ਹੈ ਉਹ ਬਾਹਰ ਆਏਗੀ। ਉਸ ਤਰ੍ਹਾਂ ਦੇ ਹੀ ਜਿਹੜੇ ਹਨ ਉਹ ਫਲ ਲੱਗਣਗੇ। ਫਲ ਤੇ ਵੇਹਾ ਪਾਈਏ ਜੇ ਵੇਹੀ ਕਾਰ ਕਮਾਈਏ। ਜਿਸ ਤਰ੍ਹਾਂ ਦਾ ਅਸੀਂ ਕੰਮ ਕਰਾਂਗੇ ਉਸ ਤਰ੍ਹਾਂ ਦੇ ਸਾਨੂੰ ਜਿਹੜੇ ਆ ਉਹ ਚੰਗੇ ਜਾਂ ਮਾੜੇ ਜਿਹੜੇ ਹਨ ਉਹ ਫਲ ਮਿਲਦੇ ਹਨ।
तो ये मनुखां दी जिन्हां दी मैं गल कीती है, चंगे व्यक्तियां दी, भगतां दी, गुरुआं दी, पीरां दी, पैगंबरां दी, उन्हां अपने मन दे विच बड़े ही चंगे जिहड़े विचार हन, जिहड़े सत संतोख, दया, धर्म, धीरज वर्गे कोमल गुण जिहड़े हन उन्होंने अपने मन दे विच धारण कीते। और जिथे तक दूजियां दुष्टां दी गल कीती है, उन्होंने अपने मन दे विच काम, क्रोध, लोभ, मोह, हंकार जिहड़े हन पैदा कीते। किथे मकदूनिया कित्थों बैठ करके वो चलिया, सिकंदर चलिया और सारी दुनिया नूं मारदा कटदा होया। ਉਹਦੇ मन दे विच इक्को गल सीगी कि मैं दुनिया के उपर राज करना है, मैं दुनिया नूं फतेह करना है। ते उसका रिजल्ट असीं देखिया है कि जिस वेले उसकी मृत्यु होने तो पहला वो बहुत बीमार हुंदा है, तो जो उसने अपने मन के पिछे लग करके जो उसने धन दौलत इकट्ठी की सी, तो उसनों जो हाली समुंदर विच सीगा वापसी ते, तो उन्होंने वैदा ने कहा कि हुण तेरा बचना जड़ा बड़ा मुश्किल है, तू थोड़ी ही देर का मेहमान है। तो उसने कहा कि मेरे को जिन्ना हीरे जवाहरात है वो तुसी लै लो तो मैनू तुसी बचा दो। तो वैदा ने मुश्किल कर दी कि ना कर दिता कि ऐसा नहीं हो सकता। उन्हें कहा कि मैं अद्धा राज तुहानूं दिता तो तुसी मैनू बचा लो। फिर भी उन्होंने कहा भी तेरा अंत समा आ गया, तू नहीं बच सकता। इस तक कहा कि उन्होंने सारा जिहड़ा है वो राज देने की भी ऑफर कर दी थी, सारा धन दौलत ऑफर कर दी थी, लेकिन उसनूं बचा नहीं सके। ये एक वड्डी जिहड़ी मिसकनसैप्शन सी सिकंदर दे मन दे विच, अलैगजेंडर दे मन दे विच, कि मैं शायद अपने बाहूबल दे नाल, मैं अपनी सेना दे नाल, मैं अपने धन दौलत दे नाल सारी दुनिया नूं जित सकदा हां। और इस प्रोसैस दे विच वो जो गलत कदरां कीमतां उन्हें अपने मन विच रखियां, उसका रिजल्ट ये होया कि दुनिया नूं बहुत सारा जिहड़ा है उस व्यक्ति के करैक्टरिस्टिक्स करके जिहड़ा है बड़ा नुकसान जिहड़ा है वो होया। तो इसके उल्ट बिल्कुल सतगुरां ने, गुरु नानक पातशाह ने सत संतोख, दया, धर्म, धीरज, नाम सिमरन, सेवा दी, वंड के छकन दी, धर्म के किरत करन दी गल जिहड़ी कीती है और सारियां नूं सांझीवालता दा संदेश दिता। ਉਹਦੇ ਨਾਲ एक मनुख दूजे मनुख के नाल जुड़िया और एक ऐसा एक कैरवा बन गया, एक काफिला बन गया कि जिन्हां दुनिया के अंदर मनुख नूं मनुख के नाल जोड़ करके एक वड्डी शक्ति जिहड़ी है वो पैदा हुई। और मनुख के विचों मन दे विच नफरत जिहड़ी है वो दूसरे मनुख प्रति कि मनुख दूसरा नीवा है, मैं ऊंचा हाँ, उन्होंने अपने मन दे विचों उन्होंने कढ़िया। गुरु साहबान ने, 10 गुरु साहबान ने 239 साल का समा लगा करके ये वड्डी घालना जिहड़ी है वो कीती। और उस घालना सदका ये सिख धर्म और खालसा पंथ जिहड़ा है वो उस समय तो गुरु नानक पातशाह के समय तो ही लग करके अपनी जिहड़ी है सेवा और सिमरन के राही दुनिया नूं प्रभावित कर रहा है और दुनिया दे विच अपना नामना जिहड़ा है वो खट रहा है। तो असीं देखिया कि मनुख के करैक्टर दे विच सब तो वधिया जिहड़ी चीज़ आउंदी है, जिहड़ी इंपॉर्टेंट चीज़ है वो उसके करैक्टरिस्टिक्स हैं। और करैक्टरिस्टिक्स हैं वो किवें बनते हैं? इस तरह है, ए मैन इज नोन बाय द कंपनी ही कीप्स, कि जिस तरह की संगत दे विच वो बंदा बैठदा है, जे जुआ खेडण वाले की संगत विच बैठेगा तो वो मन दे विच यही आएगा भी अज मैं इन्ने पैसे जिते ने तो कल नूं मैं इस तो ज़्यादा जितने ने, तो वो फिर दूसरे होर पैसे लगाएगा, उन्होंने लत लग जाएगी, वो घर के भांडे भी वेचण ते लग जाएगा। इत्थों तक कि सानू जिहड़ी महाभारत है ਉਹਦੇ ਵੀ ਸਾਨੂੰ ਇਹ ਵੀ इंसीडेंट मिलता है कि जुआ खेलदियां युधिष्ठिर ने जिथे अपने आप नूं भी दाव ते लगा दिता, जिन्हें इस अपने भरावां नूं दाव ते लाता, अपना राजदार दाव ते लाता, उत्थे अपनी स्त्री द्रौपदी नूं भी दाव दे उत्ते लगा दिता। तो ये इन्ना इवल है जिहड़ा इवल मन दे विच उसदे आ गया तो उसने सत्यानाश करके रख दिता। और महाभारत वर्गी वड्डी जिहड़ी है वो लड़ाई हुई जिस दे अंदर बहुत ही जिहड़ा है खून खराबा होया। तो इस तरह के जिहड़े भैड़े औगण हैं मन दे विच जदों ऐसी संगत विच वो पंजे पांडव इकट्ठे हो गए तो उन्होंने ये अपना जिहड़ा एक जुंडली बना करके ना केवल अपनी तबाही की, अपने जिहड़े कुणबे दी भी नाल वो तबाही का कारण जिहड़ा बने। तो असी अपने अंदर जिहड़ी संगत विच बैठ करके संगत दे विच असी परमात्मा नूं हाजर नाजर समझ के उस संगत विचों कुछ प्राप्त करना है। वो सत्संगत कैसी जानी है? संगत मीन्स कलैक्शन ऑफ पीपल,
ਜਿਹਨੂੰ ਅਸੀਂ ਕਰਾਊਡ ਕਹਿ ਸਕਦੇ ਹਾਂ, ਉਹ ਇਕੱਠੇ ਹੋਏ, ਲੇਕਿਨ ਉਹ ਜ਼ਰੂਰੀ ਨਹੀਂ ਕਿ ਉਹ ਸੱਚ ਦੀ ਗੱਲ ਕਰਦੀ ਹੋਵੇ। ਉਹ ਸਤ ਸੰਗਤ ਦੀ ਗੱਲ ਜਿੱਥੇ ਸਤ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। तो ਇਹ ਸਾਨੂੰ ਸਮਝਾਇਆ ਕਿ ਸੰਗਤ ਵਿੱਚ ਅਸੀਂ ਬੈਠ ਕੇ ਕਰਨਾ ਕੀ, तो संगत ਕਿਹੜੀ ਚੂਜ਼ ਕਰਨੀ ਹੈ, ਇਹ ਵੀ ਸਤਿਗੁਰਾਂ ਨੇ ਸਾਨੂੰ ਸਮਝਾ ਦਿੱਤਾ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਜਿੱਥੇ ਪ੍ਰਭੂ ਦੇ ਨਾਮ ਦੀ ਗੱਲ ਹੋਵੇ, ਪ੍ਰਭੂ ਦੇ ਸਿਮਰਨ ਦੀ ਗੱਲ ਹੋਵੇ, ਜਿੱਥੇ ਸਤ ਸੰਤੋਖ ਦਇਆ ਧਰਮ ਧੀਰਜ ਦੀ ਗੱਲ ਹੋਵੇ, ਐਸੀ ਸੰਗਤ ਵਿੱਚ ਬੈਠਣਾ ਹੈ ਕਿ ਉੱਥੇ ਉਸ ਸੰਗਤ ਵਿੱਚ ਨਹੀਂ ਬੈਠਣਾ ਜਿਨ੍ਹਾਂ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਮਨਸੂਬੇ ਨਜ਼ਰ ਆਉਣ। ਉਸ ਸੰਗਤ ਦਾ ਤਿਆਗ ਕਰਨਾ ਹੈ ਔਰ ਉਸ ਸੰਗਤ ਵਿੱਚ ਹੀ ਬੈਠ ਕਰਕੇ ਸਾਡੇ ਅੰਦਰ ਜਿਹੜੇ ਹਨ ਉਹ ਗੁਣ ਪੈਦਾ ਹੁੰਦੇ ਹਨ ਚੰਗੀ ਸੰਗਤ ਵਿੱਚ ਬੈਠਣ ਨਾਲ। ਤੇ ਜਦੋਂ ਅਸੀਂ ਮਾੜੀ ਸੰਗਤ ਵਿੱਚ ਬੈਠਦੇ ਹਾਂ ਤਾਂ ਸਾਡੇ ਅੰਦਰ ਭੈੜੇ ਜਿਹੜੇ ਹਨ ਉਹ ਖਿਆਲ ਪੈਦਾ ਹੁੰਦੇ ਹਨ। ਤੋਂ ਇਹਨਾਂ ਕਦਰਾਂ ਕੀਮਤਾਂ ਨੂੰ ਅਸੀਂ ਸਮਝਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਹਾਂ ਕਿ ਕਦਰਾਂ ਕੀਮਤਾਂ ਤੋਂ ਭਾਵ ਕੀ ਹੈ। ਜਿਵੇਂ ਅਸੀਂ ਹੁਣੇ ਵਿਚਾਰ ਕਰ ਰਹੇ ਸੀਗੇ ਕਿ ਪਰਖ ਦਾ ਮਾਪਦੰਡ ਜਾਂ ਮੁਲਾਂਕਣ ਦਾ ਤਰੀਕਾ ਕੀ ਹੈ, ਅਸੀਂ ਉਸ ਨੂੰ ਕਿਵੇਂ ਜਿਹੜੀ ਹੈ ਐਨਾਲਾਈਜ਼ ਕਰਦੇ ਹਾਂ। ਤੋਂ ਸਾਨੂੰ ਗੁਰਬਾਣੀ ਵਿੱਚੋਂ ਇੱਕ ਉਪਦੇਸ਼ ਮਿਲਦਾ ਹੈ ਕਿ ਗੁਰੂ ਜਿਹੜਾ ਹੈ ਸਾਡੇ ਕੀਤੇ ਕਰਮਾਂ ਦਾ ਜਿਹੜਾ ਹੈ ਉਹ ਐਨਾਲਿਸਿਸ ਕਰਦਾ ਹੈ, ਉਸ ਅਨੁਸਾਰ ਹੀ ਸਾਨੂੰ ਜਿਹੜੀ ਹੈ ਉਹ ਬਖਸ਼ਿਸ਼ ਕਰਦਾ ਹੈ ਜਾਂ ਸਾਨੂੰ ਹਾਲੀ ਹੋਰ ਜਿਹੜੀ ਹੈ ਉਦਮ ਕਰਨ ਵਾਸਤੇ ਜਿਹੜੀ ਹੈ ਲੋੜ ਸਾਨੂੰ ਪੈਂਦੀ ਹੈ। ਤੋਂ ਗੁਰੂ ਨਾਨਕ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਵਿੱਚ ਕਿਹਾ ਹੈ, ਨਾਨਕ ਪਰਖੇ ਆਪ ਕੋ ਤਉ ਪਾਰਖ ਜਾਣ। ਤੋਂ ਆਪਣੇ ਅੰਦਰ ਜਿਹੜੇ ਅਸੀਂ ਗੁਣ ਦੋਸ਼ ਜਿਹੜੇ ਆਪਾਂ ਇਕੱਠੇ ਕੀਤੇ ਹਨ ਉਹਨਾਂ ਨੂੰ ਅਸੀਂ ਆਪ ਐਨਾਲਿਸਿਸ ਕਰਨਾ ਹੈ। ਸਾਡੇ ਕੋਲ ਯਾਰਡਸਟਿਕ ਕੀ ਹੈ? ਯਾਰਡਸਟਿਕ ਹੈ ਸਾਡੇ ਕੋਲ ਗੁਰਬਾਣੀ। ਤੋਂ ਗੁਰਬਾਣੀ ਸਾਨੂੰ ਜਿਹੜਾ ਸੰਦੇਸ਼ ਦਿੰਦੀ ਹੈ ਨਾਮ ਜਪਣ ਦਾ, ਵੰਡ ਕੇ ਛਕਣ ਦਾ, ਧਰਮ ਦੀ ਕਿਰਤ ਕਰਨ ਦਾ, ਸਤ ਸੰਤੋਖ ਦਇਆ ਧਰਮ ਧੀਰਜ, ਇਹ ਪਿਲਰਸ ਹਨ ਸਾਡੇ ਜਿਹੜੇ ਹਨ ਸਾਡੀਆਂ ਕਦਰਾਂ ਕੀਮਤਾਂ ਹਨ। ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਮ ਫਕੀਰ, ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਕਿ ਜਿਨ੍ਹਾਂ ਦੇ ਕੋਲ ਮਾਇਆ ਜਿਨ੍ਹਾਂ ਨੇ ਇਕੱਠੀ ਕੀਤੀ ਹੈ ਸੰਸਾਰ ਦੇ ਅੰਦਰ, ਉਹਨਾਂ ਦਾ ਐਂਡ ਕੀ ਹੈ? ਮਾਇਆ ਹੀ ਉਹਨੂੰ ਲੈ ਕੇ ਬਹਿ ਗਈ। ਉਸ ਮਾਇਆ ਦੇ ਕਾਰਨ ਹੀ ਆਪਣਾ ਜੀਵਨ ਉਹਨਾਂ ਨੇ ਵਿਅਰਥ ਕਰ ਲਿਆ ਔਰ ਜਿਹੜੇ ਅਮੋਲਕ ਸਵਾਸ ਮਿਲੇ ਸਨ ਉਹ ਵੀ ਸਾਡੇ ਖਤਮ ਹੋ ਗਏ ਔਰ ਫਿਰ ਪਛਤਾਣ ਤੋਂ ਸਿਵਾ ਜਿਹੜਾ ਹੈ ਕੁਝ ਹੋਰ ਨਹੀਂ ਰਹਿ ਜਾਂਦਾ। ਤਾਂ ਮਨੁੱਖੀ ਜੀਵਨ ਬਾਰੇ ਗੁਰਬਾਣੀ ਵਿੱਚ ਕੀ ਕਿਹਾ ਗਿਆ ਹੈ? ਇੱਕ ਤੇ ਹੈ ਕਿ ਮਨੁੱਖਾ ਜਨਮ ਜਿਹੜਾ ਹੈ ਉਸ ਨੂੰ ਸਭ ਤੋਂ ਉੱਤਮ ਕਿਹਾ ਗਿਆ। ਮਾਨਸ ਜਨਮ ਜਿਹੜਾ ਹੈ ਉੱਤਮ ਦੇਹੀ ਹੈ। ਮਨੁੱਖਾ ਜਨਮ ਜਿਹੜਾ ਹੈ ਸਭ ਤੋਂ ਅਕਾਲ ਪੁਰਖ ਦੀ ਸ੍ਰੇਸ਼ਟ ਰਚਨਾ ਹੈ। तो उसनू कहा गया कि अवर जोन तेरी पनहारी, कि बाकी जड़ियां जोनियां हन वो तेरी सेवा करने वास्ते हन। इस धरती में तेरी सिकदारी, ताब इस धरती के अंदर तू ही जड़ा है वो सिकदार है, तू ही जड़ा है वो इंपॉर्टेंट बंदा है, सब तो ज्यादा तू ही राजा है, तू इस संसार के अंदर बाकी जोना कोलों कम लै सकता है। तो असीं देखते भी हाँ कि मनुख जड़ा है उसने बड़े बड़े खुंखार जानवरों ਨੂੰ ਆਪਣੇ ਕਾਬੂ 'ਚ ਕੀਤਾ ਹੈ ਔਰ ਉਹਨਾਂ ਤੋਂ ਉਹ ਸੇਵਾ ਲੈਂਦਾ ਰਿਹਾ ਹੈ। तो प्रभु ਦੀ ਦਰਗਾਹ ਵਿੱਚ ਮਨੁੱਖ ਦੀ ਪਰਖ ਜਿਹੜੀ ਹੈ ਉਹ ਕਿਸ ਆਧਾਰ ਤੇ ਹੁੰਦੀ ਹੈ, ਇਹ ਵੀ ਅਸੀਂ ਵਿਚਾਰਨਾ ਹੈ। ਆਪਣੇ ਜੀਵਨ ਮਨੋਰਥ ਦੀ ਪ੍ਰਾਪਤੀ ਲਈ ਅਸੀਂ ਕੀ ਕੀਤਾ ਹੈ, ਇਹ ਮਾਪਦੰਡ ਹੈ ਉਹਨਾਂ ਕਦਰਾਂ ਕੀਮਤਾਂ ਬਾਰੇ ਕਿ ਅਸੀਂ ਆਪਣੇ ਜੀਵਨ ਵਿੱਚ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਅਸੀਂ ਕੀ ਯਤਨ ਕੀਤੇ ਹਨ। साड़ा जीवन का मनोरथ की है वो पंचम पातशाह जी ने सानू बख्शिश किया है, भई प्राप्त मानुक देहुरिया गोबिंद मिलन की ए तेरी बरिया, अवर काज तेरे किते न काम मिल साथ संगत भज के वरना। तो केवल परमात्मा का नाम सिमरन वास्ते ही सानू जड़ी है वो बख्शिश की है। ते असी उस नाम सिमरन दे राही सानू ये भी गुरबाणी बख्शिश करती है कि गुरबाणी की सेध असी लै करके अपने जीवन सफल कर सकते हैं। 84 ਲੱਖ जोन विच उत्तम जन्म सुमान मानस देही, ये वार पहली पौड़ी जड़ी है वो 3 जड़ी है उसका भी सानू भाई गुरदास जी दी है वो सानू बख्शिश करते हैं। 84 ਲੱਖ जोन विच उत्तम जन्म सुमानस देही, असी वेखन करन सुन
ਮੁਖ ਸਭ ਬੋਲਣ ਬਚਨ ਸਨੇਹੀ। ਕਿ ਅਸੀਂ ਜਿਉਂ-ਜਿਉਂ ਅੱਖਾਂ ਸ਼ੁਭ ਦੇਖਦੀਆਂ ਹਨ, ਕਰਨ ਸ਼ੁਭ ਕਰਨ ਸੁਣਦੇ ਹਨ, ਮੁਖ ਅਰਥਾਤ ਜੀਭਾ ਸ਼ੁਭ ਦੇ ਪ੍ਰੇਮ ਦੇ ਵਾਕ ਬੋਲਦੀਆਂ ਹਨ। ਭਾਵ ਇਹ ਕਿ ਪਸ਼ੂ ਪੰਛੀ ਵੀ ਵੇਖਣ ਵਿੱਚ ਆਦਿ ਦੀ ਕਿਰਿਆ ਕਰਦੇ ਹਨ, ਪਰੰਤੂ ਉਹਨਾਂ ਵਿਖੇ ਸ਼ੁਭ ਅਸ਼ੁਭ ਦਾ ਗਿਆਨ ਨਹੀਂ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ, ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਬਾਰੰਬਾਰ, ਜੋ ਬਨ ਫਲ ਪਾਕੇ ਭੋਈ ਗਿਰੇ, ਬਹੁਰ ਨਾ ਲਾਗੇ ਡਾਰ। ਤੋ ਇਹ ਸਾਨੂੰ ਜਿਹੜਾ ਜੀਵਨ ਹੈ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘਟ ਪੀਤਰ ਤੂੰ ਦੇਖ ਵਿਚਾਰ, ਕਹੋ ਕਬੀਰ ਜੀਤ ਕਿਹਾ। ਕਿ ਤੂੰ ਇਹਨਾਂ ਸਵਾਸਾਂ ਨੂੰ ਇਸਤੇਮਾਲ ਕਰਕੇ ਕੀ ਤੂੰ ਜੀਵਨ ਦਾ ਲਾਹਾ ਖੱਟ ਰਿਹਾ ਹੈ ਜਾਂ ਤੂੰ ਹਾਰ ਰਿਹਾ ਹੈ। ਕਹਾਂ ਤੇ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਹੈ। ਕਿ ਤੂੰ ਇਹ ਕੀ ਖਟਿਆ ਹੈ ਇਸ ਸੰਸਾਰ ਦੇ ਅੰਦਰ, ਤੇ ਤੈਨੂੰ ਕੀ ਪ੍ਰਾਪਤੀ ਕੀ ਹੋਈ ਹੈ। ਤੋ ਇਹ ਗੱਲਾਂ ਜਿਹੜੀਆਂ ਹਨ ਸਾਨੂੰ ਗੁਰਬਾਣੀ ਵਿੱਚ ਸਾਨੂੰ ਬਖਸ਼ਿਸ਼ ਕਰਦੇ ਹਨ ਕਿ ਅਸੀਂ ਜੋ ਕੰਮ ਕਰਨੇ ਹਨ ਦੁਨੀਆ ਦੇ ਅੰਦਰ, ਐਕਸ਼ਨ ਜਿਹੜੇ ਹਨ ਉਹ ਸਾਡੇ ਵਾਚ ਹੋਣੇ ਹਨ, ਉਸ ਦਾ ਹੀ ਅਸੀਂ ਲੇਖਾ ਦੇਣਾ ਹੈ। ਸੂਹੀ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਅੰਕ 793 ਦੇ ਉੱਤੇ, ਅਮਲ ਸਿਰਾਨੋ ਲੇਖਾ ਦੇਣਾ। हे ਜੀਵ, ਜਗਤ ਵਿੱਚ ਮੁਲਾਜ਼ਮਤ ਦਾ ਸਮਾਂ, ਭਾਵ ਉਮਰ ਦਾ ਨਿਯਤ ਸਮਾਂ ਲੰਘ ਗਿਆ ਹੈ। ਇੱਥੇ ਜੋ ਕੁਝ ਕਰਦਾ ਰਿਹਾ ਹੈ ਉਸ ਦਾ ਹਿਸਾਬ ਤੈਨੂੰ ਦੇਣਾ ਪਵੇਗਾ। ਤੋ ਆਏ ਕਠਨ ਦੂਤ ਜਮ ਲੈਣਾ, ਕਰੜੇ ਜਮ ਦੂਤ ਲੈਣ ਆ ਗਏ ਹਨ, ਹਿਸਾਬ ਲੈਣ ਆ ਗਏ ਹਨ। ਕਿਆ ਤੈ ਖਟਿਆ ਕਹਾਂ ਗਵਾਇਆ, ਉਹ ਆਖਣਗੇ ਇੱਥੇ ਰਹਿ ਕੇ ਤੂੰ ਕੀ ਖੱਟੀ ਕੀਤੀ ਹੈ। ਜਿਹਨੇ ਸਵਾਸ ਤੇ ਦਿੱਤੇ ਨਾ, ਉਹਨਾਂ ਸਵਾਸਾਂ ਦਾ ਤੂੰ ਕੀ ਸਦਉਪਯੋਗ ਕੀਤਾ ਹੈ, ਆਪਣੇ ਜੀਵਨ ਨੂੰ ਕਿਵੇਂ ਇੰਪਰੂਵਮੈਂਟ ਕੀਤੀ ਹੈ, ਲੋਕਾਂ ਦੇ ਵਿੱਚ ਤੇਰਾ ਕੀ ਭਲਾ ਤੂੰ ਜੋ ਕੀਤਾ ਹੈ, ਲੋਕ ਤੈਨੂੰ ਕਿਸ ਕਰਕੇ ਜਿਹੜੇ ਹਨ ਉਹ ਯਾਦ ਕਰ ਰਹੇ ਹਨ। ਤੇਰੇ ਚੰਗੇ ਕੀਤੇ ਕਰਮ ਔਰ ਮਾੜੇ ਕੀਤੇ ਕਰਮਾਂ ਦਾ ਲੇਖਾ ਜਿਹੜਾ ਹੈ ਉਹ ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਦੀ ਦਰਗਾਹ ਵਿੱਚ ਹੋਣਾ ਹੈ। ਚਲੋ ਸ਼ਿਤਾਬ ਦੀਵਾਨ ਬੁਲਾਇਆ, ਛੇਤੀ ਚੱਲ ਧਰਮ ਰਾਜ ਨੇ ਸੱਦਿਆ ਹੈ, ਚੱਲ ਦਰਹਾਲ ਦੀਵਾਨ ਬੁਲਾਇਆ। ਕਿ ਛੇਤੀ ਚੱਲ ਧਰਮ ਰਾਜ ਨੇ ਤੈਨੂੰ ਸੱਦਿਆ ਹੈ। ਤੂੰ ਸਾਧ ਸੰਗਤ ਦੇ ਵਿੱਚ ਅਗਰ ਅਸੀਂ ਨਹੀਂ ਪਹੁੰਚੇ, ਅਸੀਂ ਆਪਣਾ ਜੀਵਨ ਹੋਰ ਕੰਮਾਂ ਦੇ ਵਿੱਚ ਲਗਾਤਾ ਹੈ। ਅਵਰ ਕਾਜ ਉਹੀ ਹਨ ਕਿ ਜਿਹੜੇ ਅਸੀਂ ਆਪਣੇ ਜੀਵਨ ਪ੍ਰਯੰਤ ਕਰਦੇ ਹਾਂ, ਜਿਨ੍ਹਾਂ ਵਿੱਚੋਂ ਨਾਮ ਸਿਮਰਨ ਨਹੀਂ ਹੈ, ਸੇਵਾ ਨਹੀਂ ਹੈ। ਇਹ ਅਗਰ ਦੋ ਕਰੈਕਟਰਿਸਟਿਕ ਸਾਡੇ ਅੰਦਰ ਨਹੀਂ ਹਨ ਤਾਂ ਸਾਡਾ ਜੀਵਨ ਜਿਹੜਾ ਹੈ ਉਹ ਸਕਾਰਤ ਨਹੀਂ ਹੋ ਸਕਦਾ। ਜਿਵੇਂ ਪਸ਼ੂ ਆਂਦਾ ਹੈ ਸੰਸਾਰ ਦੇ ਅੰਦਰ, ਤੇ ਪਸ਼ੂ ਵੀ ਉਹੀ ਕਿਰਿਆ ਕਰਦਾ ਜਿਹੜਾ ਮਨੁੱਖ ਕਰਦਾ ਹੈ। ਪਸ਼ੂ ਵੀ ਆਪਣੇ ਬੱਚੇ ਪੈਦਾ ਕਰਦਾ ਹੈ, ਖਾਂਦਾ ਪੀਂਦਾ ਹੈ, ਸੌਂਦਾ ਹੈ, ਮਿਹਨਤ ਮੁਸ਼ੱਕਤ ਕਰਦਾ ਹੈ। ਲੇਕਿਨ ਇਸ ਤਰ੍ਹਾਂ ਹੀ ਮਨੁੱਖ ਵੀ ਜਿਹੜਾ ਹੈ ਉਹ ਇਹ ਕੰਮ ਸਾਰੇ ਕਰਦਾ ਹੈ, ਬੱਚੇ ਵੀ ਪੈਦਾ ਕਰਦਾ ਹੈ, ਖਾਂਦਾ ਪੀਂਦਾ ਵੀ ਹੈ, ਸੌਂਦਾ ਵੀ ਹੈ। ਲੇਕਿਨ ਫਰਕ ਕੀ ਹੈ ਪਸ਼ੂ ਦੇ ਵਿੱਚ ਔਰ ਮਨੁੱਖ ਦੇ ਵਿੱਚ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਕਿਉਂ ਇਸ ਜੀਵਨ ਦੇ ਅੰਦਰ ਤ੍ਰਿਗ ਕਾਰ ਕਰਨ ਜਿਹੜੇ ਕੰਮ ਜਿਹੜੇ ਹਨ ਉਹ ਨਾ ਕਰਨ ਯੋਗ ਹਨ, ਜਿਨ੍ਹਾਂ ਕਰਕੇ ਉਹਨੂੰ ਤ੍ਰਿਗਾਕਾਰ ਮਿਲਦੀ ਹੈ, ਸਾਰੇ ਪਾਸਿਓਂ ਉਹਨੂੰ ਜਿਹੜੀ ਹੈ ਉਹ ਲਾਹਨਤਾਂ ਪੈਂਦੀਆਂ ਹਨ। ਤਾਂ ਐਸੇ ਕੰਮ ਕਰਨ ਦੇ ਨਾਲ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਸੌਰਦਾ ਨਹੀਂ ਹੈ। ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਕਬੀਰ ਸਾਹਿਬ ਨੇ 793 ਅੰਕ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ ਸੂਹੀ ਰਾਗ ਵਿੱਚ। ਸਾਧ ਸੰਗ ਜਾਂ ਕੋ ਹਰ ਰੰਗ ਲਾਗਾ, ਜਿਸ ਮਨੁੱਖ ਨੂੰ ਸਤਸੰਗ ਵਿੱਚ ਰਹਿ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੁੰਦਾ ਹੈ, ਧੰਨ ਧੰਨ ਸੋ ਜਨ ਪੁਰਖ ਸੁਭਾਗਾ। ਉਹ ਫਿਰ ਪੁਰਖ ਸੁਭਾਗਾ ਹੋ ਜਾਂਦਾ ਹੈ ਜਿਹਨੂੰ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਨਾਮ ਦਾ ਰੰਗ ਲੱਗਦਾ ਹੈ। ਈਤ ਊਤ ਜਨ ਸਦਾ ਸੁਹੇਲੇ, ਪ੍ਰਭੂ ਦੇ ਸੇਵਕ ਲੋਕ ਪਰਲੋਕ ਵਿੱਚ ਸੌਖੇ ਰਹਿੰਦੇ ਹਨ। ਜਨਮ ਪਦਾਰਥ ਜੀਤ ਅਮੋਲੇ, ਕਿਉਂਕਿ ਉਹ ਇਸ ਅਮੋਲਕ ਜਨਮ ਰੂਪ ਕੀਮਤੀ ਸ਼ੈ ਨੂੰ ਜਿੱਤ ਲੈਂਦੇ ਹਨ। ਨਾਮ ਤੇ ਆਇਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋਂ ਨ ਪਾਉਣ ਪੁਨੀਤ। ਤੁਸੀਂ ਕਿਤੇ ਜਾਓ, ਕਿਸੇ ਦੇ ਘਰ ਜਾਓ ਜਾਂ ਕਿਸੇ ਆਫਿਸ ਵੀ ਜਾਓ ਤੇ ਉਹ ਤੁਹਾਡਾ ਵੈਲਕਮ ਹੋਵੇ, ਤੁਹਾਨੂੰ ਕਹਿਣ ਜੀ ਵਾਹ ਜੀ ਵਾਹ ਤੁਸੀਂ ਆਏ ਹੋ, ਤੁਸੀਂ ਸਾਡਾ ਘਰ ਪਵਿੱਤਰ ਕਰ ਦਿੱਤਾ ਜੀ, ਤੁਹਾਡੇ ਆਉਣ ਨਾਲ ਸਾਡੀ ਜਿਹੜੀ ਹੈ ਪ੍ਰੈਸਟੀਜ ਵਧੀ ਹੈ, ਸਾਡੀ ਸ਼ਾਨ ਵਧੀ ਹੈ। ਤਾਂ ਐਸਾ ਮਨੁੱਖ ਜਿਹੜਾ ਹੈ ਉਹ ਸਫਲ ਸਮਝਿਆ ਜਾਂਦਾ।
ਜਾਗਤ ਸੋਇਆ ਜਨਮ ਗਵਾਇਆ। ਲੇਕਿਨ ਇਸ ਦੇ ਉਲਟ ਅਗਰ ਮਨੁੱਖ ਜਿਹੜਾ ਹੈ ਉਹ ਜਾਗਦਾ ਹੀ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਰਹਿੰਦਾ ਹੈ, ਸਵਾਸ ਤੇ ਲੈ ਰਿਹਾ ਹੈ ਲੇਕਿਨ ਕੋਈ ਚੰਗਾ ਕੰਮ ਨਹੀਂ ਕਰ ਰਿਹਾ, ਉਹ ਮਾਇਆ ਦੀ ਨੀਂਦ ਵਿੱਚ ਸੁੱਤਾ ਹੈ, ਮਾਇਆ ਇਕੱਠੀ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਔਰ ਇਹ ਹੀ ਸਮਝਦਾ ਹੈ ਕਿ ਸ਼ਾਇਦ ਮੇਰਾ ਇਹ ਹੀ ਜਿਹੜਾ ਜੀਵਨ ਦਾ ਉਦੇਸ਼ ਹੈ ਉਹ ਇਹੀ ਹੈ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਨਾਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਕਿ ਇਹ ਜੀਵਨ ਜਿਹੜਾ ਹੈ ਉਹ ਤ੍ਰਿਗਾਕਾਰ ਹੋ ਗਿਆ, ਇਹਨੇ ਹਮੇਸ਼ਾ ਰਹਿਣਾ ਨਹੀਂ। ਤੇ ਇਹ ਜੀਵਨ ਜਿਹੜਾ ਮੈਨੂੰ ਮਿਲਿਆ ਹੈ ਇਹ ਬੜੇ ਜਿਹੜੇ ਅਰਸੇ ਤੋਂ ਬਾਅਦ ਮਿਲਿਆ ਹੈ। ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ हैवर ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰਨ ਕਾਲ ਇਹ ਦੇਹ ਸੰਜਰੀਆ। ਬੜੀ ਦੇਰ ਬਾਅਦ ਇਹ ਤੈਨੂੰ ਦੇਹ ਪ੍ਰਾਪਤ ਹੋਈ ਹੈ, ਤੋ ਇਸ ਦਾ ਸਦਉਪਯੋਗ ਕਰ। ਇਹ ਹੱਥ ਪੈਰ ਕੰਨ ਨੱਕ ਜਿਹੜੇ ਹਨ ਤੇ ਗਿਆਨ ਇੰਦਰੀ ਔਰ ਕਰਮ ਇੰਦਰੀ ਜਿਹੜੇ ਹਨ, ਇਹਨਾਂ ਦੇ ਚੰਗੇ ਗੁਣ ਆਪਣੇ ਅੰਦਰ ਧਾਰਨ ਕਰ, ਚੰਗੀ ਇਨਫੋਰਮੇਸ਼ਨ ਆਪਣੇ ਅੰਦਰ ਸਟੋਰ ਕਰ ਔਰ ਫਿਰ ਉਹ ਚੰਗੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਤ ਸੰਤੋਖ ਦਇਆ ਧਰਮ ਦੇ ਵਿੱਚ ਕਨਵਰਟ ਹੋਵੇ ਉਹ ਫਿਰ ਸੇਵਾ ਔਰ ਸਿਮਰਨ ਨਾਲ ਇਹ ਜੀਵਨ ਜਿਹੜਾ ਹੈ ਉਹ ਸਫਲਾ ਹੋਵੇ। ਮਾਲ ਧਨ ਜੋੜਿਆ ਭਇਆ ਪਰਾਇਆ, ਜਿਵੇਂ ਅਸੀਂ ਹੁਣੇ ਵਿਚਾਰ ਕਰ ਰਹੇ ਹਾਂ ਕਿ ਆਪਣੇ ਜੀਵਨ ਦਾ ਉਦੇਸ਼ ਜਿਵੇਂ ਸਿਕੰਦਰ ਨੇ ਸਮਝਿਆ, ਦੂਸਰਿਆਂ ਨੇ ਸਮਝਿਆ ਕਿ ਧੱਕਾ ਚੋਰੀ ਕਰਨੀ ਹੈ ਤੇ ਬਹੁਤ ਧਨ ਇਕੱਠਾ ਕਰ ਲਿਆ ਉਹਨਾਂ ਨੇ, ਅੰਬਾਰ ਲਗਾ ਲਿਆ ਉਹਨਾਂ ਨੇ, ਮਾਲ ਧਨ ਜੋੜਿਆ ਭਇਆ ਪਰਾਇਆ, ਕਿਉਂਕਿ ਉਸ ਦਾ ਸਾਰਾ ਮਾਲ ਧਨ ਇਕੱਠਾ ਕੀਤਾ ਹੋਇਆ ਤਾਂ ਆਖਰ ਜਿਹੜਾ ਹੈ ਉਹ ਬੇਗਾਨਾ ਹੋ ਜਾਂਦਾ ਹੈ ਕਿ ਜਿਸ ਵੇਲੇ ਸਰੀਰ ਚੋਂ ਆਤਮਾ ਨਿਕਲ ਜਾਂਦੀ ਹੈ ਤਾਂ ਫਿਰ ਤਾਂ ਜੋ ਵੀ ਸਮਾਨ ਇਕੱਠਾ ਕੀਤਾ ਹੈ ਉਹ ਭਇਆ ਪਰਾਇਆ, ਉਹ ਪਰਾਇਆ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਉਹ ਲੇਟ ਹੋ ਜਾਂਦਾ ਹੈ, ਉਹ ਬੰਦਾ ਜਿਹੜਾ ਹੈ ਉਹਦੇ ਨਾਂ ਦੇ ਨਾਲ ਜਿਹੜਾ ਹੈ ਗੁਰਪੁਰ ਵਾਸੀ ਲੱਗ ਜਾਂਦਾ ਹੈ ਜਾਂ ਉਸਦੇ ਨਾਮ ਦੇ ਨਾਲ ਲੇਟ ਲੱਗ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ ਕਿ ਇਹ ਹੁਣ ਨਹੀਂ ਰਿਹਾ, ਇਹ ਭੂਤਪੂਰਵ ਹੋ ਗਿਆ ਹੈ। ਤਾਂ ਉਸ ਦੇ ਨਾਲ ਜੋ ਵੀ ਜਿਹੜੀ ਗੱਲ ਹੈ ਸਾਨੂੰ ਇੱਕ ਹੋਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਤੋ ਤਨ ਤਿਆਗਤ ਹੀ ਸੁਨਰੇ ਜੜ, ਪ੍ਰੇਤ ਬਖਾਨ ਤ੍ਰਿਆ ਭਜ ਜਈ ਹੈ, ਪੁੱਤਰ ਕਲੱਤਰ ਸੋ ਮਿੱਤਰ ਸਖਾ, ਇਹ ਬੇਗ ਨ ਕਾਰੋ ਆਏ ਸਦਈ ਹੈ। ਕਿ ਤੇਰਾ ਤਨ ਤਿਆਗਦਿਆਂ ਹੀ ਤੋ ਤਨ ਤਿਆਗਤ ਹੀ ਸੁਨਰੇ ਜੜ, ਇਹ ਮੂਰਖ ਵਿਅਕਤੀ ਸੁਣ ਕਿ ਪ੍ਰੇਤ ਬਖਾਨ ਤ੍ਰਿਆ ਭਜ ਜਾਈ ਹੈ, ਕਿ ਹੁਣ ਕੋਈ ਘਰ ਦਾ ਜੀ ਜਿਹੜਾ ਹੈ ਇਸਤਰੀ ਹੈ ਉਹ ਨਾਲ ਲੱਗਣ ਨੂੰ ਤਿਆਰ ਨਹੀਂ ਹੈ। ਉਹ ਕੀ ਕਹਿੰਦੇ ਹਨ ਕਿ ਇਹ ਹੁਣ ਪ੍ਰੇਤ ਹੋ ਗਿਆ ਹੈ, ਇਹ ਹੁਣ ਡੈਡ ਹੋ ਗਿਆ ਹੈ। ਪੁੱਤਰ ਕਲੱਤਰ ਸੋ ਮਿੱਤਰ ਸਖਾ, ਪੁੱਤਰ ਕਲੱਤਰ ਇਸਤਰੀ ਹੈ, ਧੀਆਂ ਹਨ, ਉਹ ਸਾਰੇ ਜਿਹੜੇ ਕੀ ਕਰਦੇ ਹਨ ਇਹ ਮਿੱਤਰ ਵੀ ਆ ਜਾਂਦੇ ਹਨ ਤੇ ਬੇਗ ਨਕਾਰੋ ਆਏ ਸਦਈ ਹੈ ਕਿ ਇਹਨੂੰ ਹੁਣ ਛੇਤੀ ਲੈ ਜਾਓ, ਇਸ ਨੂੰ ਸੰਸਕਾਰ ਇਸ ਦਾ ਕੀਤਾ ਜਾਓ। ਤੇ ਹੁੰਦਾ ਕੀ ਹੈ ਕਿ ਭਵਨ ਭੰਡਾਰ ਤਰਾਗੜ ਜੇ ਤੱਕ, ਕਿ ਜਿੰਨੇ ਵੀ ਭਵਨ ਹਨ ਮੂਵੇਬਲ ਐਂਡ ਇਮੂਵੇਬਲ ਪ੍ਰਾਪਰਟੀ, ਉਹ ਕੀ ਹੁੰਦਾ ਭਵਨ ਭੰਡਾਰ ਤਰਾਗੜ ਜੇ ਤੱਕ। ਪਹਿਲੇ ਜ਼ਮਾਨੇ ਦੇ ਅੰਦਰ ਲੋਕੀ ਜ਼ਮੀਨ ਦੇ ਅੰਦਰ ਆਪਣਾ ਧਨ ਜਿਹੜੇ ਹਨ ਉਹ ਦੱਬ ਦਿੰਦੇ ਸਨ। ਮੈਂ ਐਸੇ ਵੀ ਬੰਦੇ ਦੇ ਬਾਰੇ ਮੈਂ ਸੁਣਿਆ ਹੈ ਕਿ ਜਿਨ੍ਹਾਂ ਨੇ ਆਪਣੇ ਘਰ ਦੇ ਅੰਦਰ ਪੌੜੀਆਂ ਦੇ ਵਿੱਚ ਸਮਾਨ ਜਿਹੜਾ ਹੈ ਧਨ ਜਿਹੜੇ ਹਨ ਜੋੜੇ ਹਨ, ਜੋ ਸਮਾਨ ਹੈ ਮਾਇਆ ਦਾ, ਉਹਨੂੰ ਲੁਕਾ ਕੇ ਰੱਖਿਆ ਹੈ। ਪਵਨ ਭੰਡਾਰ ਧਰਾਗੜ ਜੇ ਤੱਕ ਛਾੜਤ ਪ੍ਰਾਣ ਬਿਗਾਨ ਕਈ ਹੈ, ਕਿ ਉਹ ਬਗਾਨੇ ਹੋ ਜਾਂਦੇ ਹਨ। ਉਸ ਤੋਂ ਬਾਅਦ ਤੇਰਾ ਜਿਹੜਾ ਕੋਈ ਉਹਦੇ ਤੇ ਨਹੀਂ ਰਹਿ ਜਾਂਦਾ ਹੈਗਾ, ਬੱਚਿਆਂ ਦਾ ਹੱਕ ਆ ਗਿਆ, ਵਾਈਫ ਦਾ ਹੱਕ ਆ ਗਿਆ, ਤੇ ਉਸ ਦੇ ਬਾਰੇ ਤੇਰੇ ਬਾਰੇ ਤੇਰੀ ਓਨਰਸ਼ਿਪ ਤੇਰੀ ਖਤਮ। ਜੋ ਤੂੰ ਆਪਣਾ ਉਦਮ ਕੀਤਾ ਸੰਸਾਰ ਦੇ ਵਿੱਚ ਉਹਨੂੰ ਇਕੱਠਾ ਕਰਨ ਵਾਸਤੇ, ਉਹ ਸਿਰਫ ਬਿਲਕੁਲ ਤੇਰੇ ਚਲਾਣੇ ਕਰਨ ਨਾਲ ਹੀ ਖਤਮ ਹੋ ਗਿਆ। ਅੱਗੋਂ ਫਰਮਾਉਂਦੇ ਹਨ ਚੇਤ ਰੇ ਚੇਤ ਅਚੇਤ ਮਹਾਪਸ, ਅੰਤ ਕੀ ਬਾਰ ਅਕੇਲੋ ਹੀ ਜਾਈ ਹੈ, ਕਿ ਅੰਤ ਵਾਰ ਤੂੰ ਅਕੇਲੇ ਹੀ ਜਾਣਾ ਇਸ ਸੰਸਾਰ ਦੇ ਅੰਦਰ। ਤੇ ਇਹ ਜੋ ਆਪਣਾ ਜੋ ਸੰਸਾਰ ਦੇ ਵਿੱਚ ਆ ਕਰਕੇ ਤੂੰ ਮਾਇਆ ਇਕੱਠੀ ਕੀਤੀ ਹੈ, ਇਹ ਸਾਰੀ ਜਿਹੜੀ ਹੈ ਉਹ ਵਿਅਰਥ ਗਈ ਹੈ। ਕਹੋ ਕਬੀਰ ਤੇਈ ਨਰ ਭੂਲੇ, ਕਬੀਰ ਸਾਹਿਬ ਆਖਦੇ ਹਨ ਉਹ ਮਨੁੱਖ ਖੁੰਝ ਗਏ ਹਨ ਜਿਨ੍ਹਾਂ ਨੇ ਸੱਚੇ ਮਾਰਗ ਤੇ ਚੱਲਣ ਲੱਗਿਆ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਚੰਗੇ ਮਾਰਗ ਅਗਰ ਚੱਲਾਂਗੇ ਤੇ ਉਸਤਤੀ ਹੋਏਗੀ। ਲੋਕੀ ਕਹਿਣਗੇ ਵੀ ਵਾਹ ਵਾਹ ਬਈ ਵਾਹ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕੋ ਇਹ ਸੁਆਓ, ਜਨ ਕੇ ਸੰਗ ਚਿਤ ਆਵੇ ਨਾਓ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹਦੀ ਨਮਸਕਾਰ ਹੁੰਦੀ ਹੈ ਕਿ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆ ਕਰਕੇ ਜਿਹੜੇ ਹਨ
असली नाम धन की जिहड़ी है वो कमाई की है और माया के जिहड़े हैं असर नहीं कबूले। खसम विसार माटी संग रूले, वो मिट्टी विच ही रुल गए हैं जिन्हां ने परमात्मा पति नूं विसारिया है। तो मनुख अपने काम धंधे सिरे चाड़न विच इतना डुब जाता है कि परमात्मा नूं भुला ही दिंदा है। काम धंधियां दी उलझन मरण समय तक बनी रहिंदी है। जोड़िया होया धन तां इत्थे ही छड्डना पैंदा है ते इस तरह सारी उम्र जिहड़ी है अजाई जिहड़ी है वो गुजर जाती है। बांवरे तैं ज्ञान विचार ना पाया। असल तेरा मकसद संसार विच गोबिंद मिलन दी, ये जिहड़ा मनुखा जन्म सी इहनूं गोबिंद मिलन दी एक अपॉर्चुनिटी समझना सी। गोबिंद मिलन की ये तेरी बरिया, यही तेरा अवसर, यही तेरी बार कि दिस इज दी ओनली चांस जिस नाल तू परमात्मा नाल मिल सकता है। जे पशु पंछी चाहन कि संगत विच बैठे, कल नूं एक बैल आवे तो वह गुरुद्वारे के अंदर आके अंदर मैं अंदर जाना चाहना, वो नहीं जा सकता। जे कोई कुत्ता कहे कि मैं अंदर बैठ के आसा दी वार सुनना चाहना वा या मैं बैठना चाहना कथा सुनना चाहना, तो उसनूं ये अख्तियार हासिल नहीं है। ये केवल मनुख नूं हासिल है कि वह सत्संगत विच बैठ करके मेरे साथ संगत भज केवल नाम, वो नाम का भजन कर सकता है। तो उसनूं अपॉर्चुनिटी मिली है। बिरथा जन्म गवाया बांवरे तै ज्ञान विचार ना पाया। बिरथा जन्म गवाया तब लग प्राणी तिसे सरेवो, जब लग घट में सासा। हे बंदे, जदों तक शरीर विच प्राण चल रहे हैं उन्ना चिर उस प्रभु नूं ही सिमरदे रहो, क्योंकि यही असली तेरा प्रयोजन है इस संसार विच आंदा। जे घट जाए तां भाओ न जासी, हर के चरण निवासा। उस नाल इतना प्यार बनाओ कि जे शरीर भी नाश हो जाए, जे घट जाए भाव शरीर नाश हो जाए तां भाओ ना जासी, तां भी प्रभु दे नाल प्यार जिहड़ा है वो नहीं जाएगा। जिवें गुरु तेग बहादुर साहब के समय के अंदर जो साढ़े 3 शहीद होए हैं गुरु साहब दे, गुरु तेग बहादुर साहब तो पहला भाई मती दास, भाई सती दास, भाई दयाला जी, उन्होंने एको ही जिहड़ी अपनी चाहत मन में रखी कि जो साढ़े शरीर के उपर भाई मती दास जी कहते हैं आरा चले तो मेरा मुंह गुरु पिंजरे वाल हो गए। तो जे भाई दयाला जी देग भी उभरन लगे हैं तो वह गुरु अर्जन के पातशाह का ध्यान करके कह रहे हैं कि सच्चे पातशाह अज तुसी उबले सो देग दे अंदर अज तुहाडा बच्चा जिहड़ा है वो देग दे विच उबल रहा है, मेरे ते कृपा करना। मतलब सुरत जिहड़ी है वो कित्थे जुड़ी हुई है। और जे फिर भाई सतीदास जी नूं रूह विच लपेट के साड़न लगे हैं तो वह भी तन मन काट काट सबर पी विच अग्नि आप जलाई वाले वाकां नूं अपने मन विच रख रहा है। तो मन दे विचों कदी भी वो उदेश जिहड़ा है कि मैं अपना शीश जाए ते जाए, मेरा सिक्खी सिदक न जाए, वो मन दे विच गुरुआं दे उपदेश जिहड़े हैं वो धारण कीते हुए हैं और उन्हां असूलां दे उपर चल करके उन्हां दी गवाही देण वास्ते जो है वो कुर्बानी और शहादत जिहड़ी उन्होंने दी है। जिसको शब्द बसावे अंतर चूकै तिसे प्यासा। प्रभु आप जिस मनुख के मन में अपनी सिफत सलाह की बाणी वसाउंदा है उसकी माया की त्रिह मिट जाती है। इत्थे एक गल समझण वाली है कि जिसे जिन्ना मर्जी असी कोशिश कर लई कि असी गुरमुख बन जाइए, साडे अंदर सत संतोख दया धर्म धीरज आ जाए, लेकिन अगर साडे मन दे विच उस परमात्मा की कृपा नहीं हुई साडे उत्ते तां साडे सारे यतन जिहड़े हन वो निष्फल जाते हैं। तो इस करके उस परमात्मा दे कोलों ये मेहर मंगनी है कि सानू गुरु नाल मिला और गुरु साडे दे उपर कृपा करे। जदों साडे उपर कृपा करे तो फिर साडे अंदर ये जो जिस गल्लां असीं कीतियां ने गुरमुखां वालियां तो ये सत संतोख दया धर्म धीरज ये साडे जीवन विच आ जाणगे ते फिर साडा मन बच कर्म प्रभ एक ध्याए। फिर ये सिंक्रनाइजेशन जिस तरह का साडा मन बनेगा, असीं जिवेंगे जिस तरह का असीं सोचांगे उस तरह के ही साडे बोल भी हो जाणगे ते जिस तरह के साडे बोल हो जाणगे उस तरह के साडे जिहड़े हन वो एक्शन भी हो जाते हैं। कि जदों साडे एक्शन साडे बोल और साडी सोच जिहड़ी है वो सिंक हो जाएगी, इक्को लाइन के उपर हो जाएगी, तो फिर साडा जीवन जिहड़ा है वो सकारत जिहड़ा है वो मनिया जाएगा। तो साडे फिर मन विचों माया की जिहड़ी प्यास है वो खत्म हो जाएगी। जो जन जान भजें अबिगत को
तिन का कछु ना नासा। कबीर साहब फरमा रहे हैं, जो मनुख प्रभु नाल सांझ बना के उस अदृष्ट ਨੂੰ ਸਿਮਰਦੇ ਹਨ, ਉਹਨਾਂ ਦਾ ਜੀਵਨ ਅਜਾਈ ਨਹੀਂ ਜਾਂਦਾ। ਭਾਵ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਫਲ ਹੁੰਦਾ ਹੈ, ਜਿਹੜੇ ਉਸ ਅਦ੍ਰਿਸ਼ਟ ਪ੍ਰਭੂ ਦੇ ਨਾਲ ਆਪਣੀ ਜਿਹੜੀ ਹਨ ਸੁਰਤ ਜਿਹੜੇ ਹਨ ਉਹ ਜੋੜਦੇ ਹਨ। ਕਹੋ ਕਬੀਰ ਤੇ ਜਨ ਕਬੂ ਨਾ ਹਾਰੇ। ਕਬੀਰ ਸਾਹਿਬ ਗਾਰੰਟੀ ਦੇ ਰਹੇ ਹਨ ਕਿ ਉਹ ਮਨੁੱਖ ਕਦੀ ਵੀ ਹਾਰਦਾ ਨਹੀਂ ਹੈ। ਕੌਣ ਮਨੁੱਖ ਨਹੀਂ ਹਾਰਦਾ? ਢਾਲ ਜੋ ਜਾਣੇ ਪਾਸੇ। ਭਾਵ ਜਿਵੇਂ ਜਿਹੜੀ ਹੈ ਉਹ ਚੌਪੜ ਦੇ ਵਿੱਚ ਖੇਡਿਆ ਜਾਂਦਾ ਹੈ, ਤੇ ਉਹ ਜਿਹੜੇ ਸਮਝ ਕਰਕੇ ਉਸ ਗੋਟੀ ਨੂੰ ਖੇਡਦੇ ਹਨ ਉਹ ਹਾਰਦੇ ਨਹੀਂ ਹਨ। ਭਾਵ ਕਬੀਰ ਸਾਹਿਬ ਆਖਦੇ ਹਨ ਕਿ ਜੋ ਮਨੁੱਖ ਸਿਮਰਨ ਰੂਪ ਪਾਸਾ ਸੁੱਟਦਾ ਜਾਣਦੇ ਹਨ, ਉਹ ਜ਼ਿੰਦਗੀ ਦੀ ਬਾਜੀ ਕਦੇ ਹਾਰ ਕੇ ਨਹੀਂ ਜਾਂਦੇ। ਸ਼ਬਦ ਦਾ ਭਾਵ ਜੋ ਵਿਚਾਰ ਕਬੀਰ ਸਾਹਿਬ ਨੇ ਸੂਹੀ ਰਾਗ ਵਿੱਚ ਇਸ ਸ਼ਬਦ ਵਿੱਚ ਦਿੱਤੀ ਹੈ ਕਿ ਸਿਮਰਨ ਤੋਂ ਬਿਨਾਂ ਮਨੁੱਖਾ ਜਨਮ ਦੀ ਬਾਜੀ ਹਾਰ ਜਾਈਦੀ ਹੈ, ਕਿਉਂਕਿ ਮਾਇਆ ਦਾ ਮੋਹ ਦਿਨੋਂ ਦਿਨ ਵੱਧਦਾ ਜਾਂਦਾ ਹੈ। ਤੋ ਇਸ ਕਰਕੇ ਸਾਨੂੰ ਇਸ ਜੋ ਮਨੋਰਥ ਹੈ, ਸਾਡਾ ਜੀਵਨ ਦਾ ਮਨੋਰਥ ਕੀ ਹੈ, ਇਹ ਸਾਨੂੰ ਜਿਹੜੀ ਹੈ ਸਮਝਣ ਦੀ ਬੜੀ ਲੋੜ ਪੈਂਦੀ ਹੈ। ਤੋ ਫਿਰ ਅੱਗੇ ਗੱਲ ਆਉਂਦਾ ਹੈ ਕਿ ਸਾਨੂੰ ਪ੍ਰਾਪਤੀ ਕਿਵੇਂ ਹੋਏਗੀ, ਰਸਤਾ ਕੀ ਹੈ ਆਪਣੇ ਜੀਵਨ ਦੇ ਵਿੱਚ ਇਹ ਕਦਰਾਂ ਕੀਮਤਾਂ ਲਿਆਉਣ ਦਾ, ਕੀ ਪ੍ਰੋਸੈਸ ਕੀ ਹੈ, ਸੋਰਸ ਕੀ ਹੈ, ਅਸੀਂ ਕਿੱਥੋਂ ਇਹ ਸਾਰੇ ਚੀਜ਼ਾਂ ਪ੍ਰਾਪਤ ਕਰ ਸਕਦੇ ਹਾਂ। ਤੇ ਪਹਿਲਾ ਬੇਨਤੀ ਕੀਤੀ ਹੈ ਕਿ ਗੁਰਬਾਣੀ, ਗੁਰੂ ਸਾਹਿਬ ਦੇ ਉਪਦੇਸ਼, ਗੁਰੂ ਸਾਹਿਬ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ, ਜਿਨ੍ਹਾਂ ਨੇ ਮਰਜੀਵੇ ਬਣ ਕੇ ਇਹ ਜੀਵਨ ਜਿਹੜਾ ਹੈ ਸਫਲ ਕੀਤਾ ਹੈ। ਸਫਲ 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 ਪਈ ਯਾਤਰਾ ਰਹਿਓ ਆਵਣ ਜਾਣਾ, ਉਹਨਾਂ ਆਵਾਗਮਨ ਦੇ ਵਿੱਚੋਂ ਚੱਕਰ ਤੋਂ ਬਚ ਗਏ ਹਨ। ਤੋਂ ਗੋਬਿੰਦ ਮਿਲਦਾ ਹੈ ਗੋਬਿੰਦ ਦੇ ਗੁਣ ਗਾਉਣ ਦੇ ਨਾਲ। ਨੌਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸ਼ਲੋਕ ਦੇ ਵਿੱਚ ਫਰਮਾਇਆ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ, ਕਹੋ ਨਾਨਕ ਹਰ ਭਜ ਮਨਾ ਜਹ ਬਿਦ ਜਲ ਕੋ ਮੀ। ਇੱਕ ਬੜੀ ਵੱਡੀ ਜਿਹੜੀ ਹੈ ਸਾਡੇ ਵਾਸਤੇ ਚੈਲੰਜ ਹੈ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀ, ਕਿ ਜੇ ਅਸੀਂ ਗੋਬਿੰਦ ਦੇ ਗੁਣ ਨਹੀਂ ਗਾਏ, ਅਸੀਂ ਅਗਰ ਸਿਮਰਨ ਨਹੀਂ ਕੀਤਾ, ਅਸੀਂ ਸੇਵਾ ਨਹੀਂ ਕੀਤੀ, ਤਾਂ ਫਿਰ ਕੀ ਹੋਏਗਾ ਕਿ ਸਾਡਾ ਜਨਮ ਜਿਹੜਾ ਹੈ ਅਕਾਰਤ ਜਾਏਗਾ, ਬਿਨਾ ਜਿਹੜਾ ਯੂਜ਼ਲੈਸ ਹੋ ਜਾਏਗਾ ਸਾਡਾ। ਤੇ ਕਹੋ ਨਾਨਕ ਹਰ ਭਜ ਮਨਾ, ਇਹ ਨਾਨਕ ਕਹਿੰਦਾ ਹੈ ਕਿ ਹਰੀ ਨੂੰ ਭਜ ਆਪਣੇ ਮਨ ਵਿੱਚ। ਕਿਸ ਤਰ੍ਹਾਂ ਭਜ? ਜਹ ਬਿਦ ਜਲ ਕੋ ਮੀ, ਜਿਵੇਂ ਮੱਛੀ ਜਿਹੜੀ ਹੈ ਉਹ ਪਾਣੀ ਨੂੰ ਸਿਮਰਦੀ ਹੈ ਹਮੇਸ਼ਾ, ਪਾਣੀ ਹੀ ਉਸਦਾ ਜੀਵਨ ਹੈ। ਜੇਕਰ ਪਾਣੀ ਨਹੀਂ ਤੇ ਮਛਲੀ ਨਹੀਂ। ਤੋ ਇਸ ਕਰਕੇ ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੈ ਪਾਣੀ। ਜਿਵੇਂ ਮੱਛੀ ਦਾ ਪਰਿਵਾਰ ਹੈ ਸਾਰਾ ਹੀ, ਸਾਰੀਆਂ ਮੱਛੀਆਂ ਭਾਵ ਜਿਹੜੀ ਬਰਾਦਰੀ ਹੈ ਜਾਂ ਜਿਹੜੀ ਜਾਤ ਹੈ, ਜਿਹੜਾ ਉਹ ਉਹਨਾਂ ਦਾ ਜੀਵਨ ਹੀ ਪਾਣੀ ਹੈ। ਤੇ ਜੇ ਪਾਣੀ ਦੇ ਵਿੱਚੋਂ ਬਾਹਰ ਕੱਢ ਦਿਆਂਗੇ ਤੇ ਉਹ ਮਰ ਜਾਏਗੀ। ਸਾਨੂੰ ਗੁਰਬਾਣੀ ਵਿੱਚ ਫਰਮਾਉਂਦੇ ਹਨ, ਮੀਨ ਪਕੜਿਓ ਔਰ ਫਾਂਕਿਓ ਰਾਂਦ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਕਿ ਜੇਕਰ ਕੋਈ ਮੱਛੀ ਖਾਂਦਾ ਹੈ, ਉਹਦੇ ਬੜੇ ਟੁਕੜੇ ਕਰ ਕਰਕੇ ਉਸ ਨੂੰ ਖਾਂਦਾ ਹੈ, ਸਵਾਦ ਲੈ ਲੈ ਕੇ ਖਾਂਦਾ ਹੈ, ਲੇਕਿਨ ਜਿਸ ਵੇਲੇ ਉਹ ਅੰਦਰ ਜਾਂਦੀ ਹੈ ਮੱਛੀ ਉਸਦੇ ਸਰੀਰ ਦੇ ਅੰਦਰ, ਤੇ ਉਹ ਫਿਰ ਪਾਣੀ ਮੰਗਦਾ ਹੈ। ਉਹ ਪਾਣੀ ਕਿਉਂ ਮੰਗਦਾ ਹੈ? ਕਿ ਉਸ ਮੱਛੀ ਦਾ ਮਰਨ ਤੋਂ ਬਾਅਦ ਵੀ ਜਿਹੜਾ ਹੈ, ਜੀਵਨ ਮਰਨ ਨਾ ਵਿਸਰੇ ਪਾਣੀ, ਉਹ ਮਰਨ ਤੋਂ ਬਾਅਦ ਵੀ ਪਾਣੀ ਦੇ ਨਾਲ ਉਹਦੀ ਪ੍ਰੀਤ ਹੈ। ਐਸੀ ਪ੍ਰੀਤ ਜਿਹੜੀ ਹੈ ਉਸ ਮੱਛੀ ਦੀ ਹੈ। तो गुरु तेग बहादुर साहब कह रहे हैं भी तू भी उस तरह ही अपने जीवन का मनोरथ यही बना लै कि अगर तेरे सिमरन है तो तेरा जीवन है, अगर सिमरन नहीं तो यह जीवन जड़ा है आकार जाएगा। आम इंसान की की अवस्था है, ये तो है कि जी गुरमुखता की अवस्था गुरु तेग बहादुर साहब ने सानू समझा दी है। तो अगर गुण गोबिंद दे नहीं गाए, अगर परमात्मा का सिमरन नहीं किया तो सारा ये जीवन जड़ा व्यर्थ जाएगा। तो गौड़ी बैरागन महला पहला अंग 156 के उपर सानू बख्शिश की है, रैन गवाई सोए कह दिवस गवाया खाए। तो धन गुरु नानक पातशाह गौड़ी बैरागन राग दे विच सानू फरमाते हैं कि रैन गवाई सोए कह दिवस गवाया खाए, हीरे जैसा जन्म है कौड़ी बदली जाए। हुण जे कोई साडे कोल हीरा होवे ते असीं कही भी सानू तू कौडी दे दे ते असीं हीरा तेनू आप दे देने आ,
ਇਹ ਮੂਰਖਤਾ ਵਾਲੀ ਗੱਲ ਹੀ ਹੋਏਗੀ ਨਾ। ਕੋਈ ਐਸਾ ਕਰੇਗਾ ਨਹੀਂ, ਕੋਈ ਸਿਆਣਾ ਬੰਦਾ ਨਹੀਂ ਕਰੇਗਾ। ਲੇਕਿਨ ਜਿਹੜਾ ਅੰਨਾ ਬੰਦਾ ਹੈ, ਜਿਹਦੀ ਸੋਝੀ ਨਹੀਂ ਹੈ, ਜਿਸ ਨੂੰ ਸੁਰਤ ਨਹੀਂ ਹੈ, ਉਹ ਐਸੀ ਜਿਹੜੀ ਹੈ ਉਹ ਡੀਲ ਕਰ ਲੇਗਾ। ਲੇਕਿਨ ਜਿਹੜਾ ਸਮਝਦਾਰ ਬੰਦਾ ਹੈ ਉਹ ਐਸਾ ਕੰਮ ਨਹੀਂ ਕਰੇਗਾ। ਇਹ ਮੂਰਖ, ਤੂੰ ਪਰਮਾਤਮਾ ਦੇ ਨਾਮ ਨਾਲ ਡੂੰਗੀ ਸਾਂਝ ਨਹੀਂ ਪਾਈ। ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾਂ ਹੈ। ਭਲੋ ਸਮੋ ਸਿਮਰਨ ਕੀ ਬਰੀਆ। ਇਹ ਭਲੋ ਸਮਾਂ ਹੈ। ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਹੀਂ। ਹੁਣ ਕੋਈ ਰੁੱਤ ਨਹੀਂ ਹੈ, ਕੋਈ ਚੀਜ਼ ਨਹੀਂ ਜੰਮਣੀ, ਕੇਵਲ ਪ੍ਰਭੂ ਦਾ ਨਾਮ ਹੀ ਜਿਹੜਾ ਹੈ ਉਹ ਜਿਹੜਾ ਹੈ ਬੀਜਿਆ ਜਾ ਸਕਦਾ ਹੈ। ਸਾਰਿਆਂ ਯੁੱਗਾਂ ਦਾ ਆਪਣਾ ਆਪਣਾ ਧਰਮ ਹੈ। ਕਿਤੇ ਕੋਈ ਜੰਗ ਯੁੱਧ ਸਨ, ਕਿਸੇ ਕੋਈ ਤਪ ਸਨ, ਕਿਤੇ ਕੋਈ ਹੋਰ ਸਾਧਨਾ ਸਨ, ਲੇਕਿਨ ਕਲ ਮੇ ਕੀਰਤ ਹਰ ਨਾਮ। ਇਸ ਕਾਲਯੁਗ ਦੇ ਸਮੇਂ ਦੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਨਾਮ ਸਿਮਰਨ ਹੀ ਇੱਕੋ ਇੱਕ ਤਰੀਕਾ ਹੈ ਜਿਹੜਾ ਫਲੀਭੂਤ ਹੁੰਦਾ ਹੈ। ਬਾਕੀ ਕੁਝ ਵੀ ਫਲੀਭੂਤ ਨਹੀਂ ਹੁੰਦਾ। ਉਹ ਕੇਵਲ ਸਾਡੇ ਸਵਾਸ ਜਿਹੜੇ ਹਨ ਉਹ ਵਿਅਰਥ ਜਾਂਦੇ ਹਨ। ਨਾਮ ਨਾ ਜਾਣਿਆ ਰਾਮ ਕਾ, ਪਰਮਾਤਮਾ ਦਾ ਨਾਮ ਨਹੀਂ ਸਮਝਿਆ, ਉਸ ਨਾਲ ਆਪਣੀ ਪ੍ਰੀਤ ਨਹੀਂ ਪਾਈ। ਮੂੜੇ ਮੂਰਖ, ਫਿਰ ਪਾਛੇ ਪਛਤਾਹੇ ਰੇ, ਫਿਰ ਤੂੰ ਪਛਤਾਏਗਾ ਪਿੱਛੇ। ਤੋ ਇਹ ਇਸ ਨੂੰ ਰਾਤ ਸੌਂ ਕੇ ਗੁਜ਼ਾਰਦਾ ਰਿਹਾ ਹੈ ਤੇ ਦਿਨ ਖਾ ਕੇ ਵਿਅਰਥ ਬਿਤਾਉਂਦਾ ਜਾਂਦਾ ਹੈ। ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ ਸਿਮਰਨਹੀਨ ਹੋਣ ਕਰਕੇ ਕੌਡੀ ਦੇ ਪਾ ਜਾ ਰਿਹਾ ਹੈ। ਭਾਵ ਤੂੰ ਕੁਝ ਖੱਟ ਕੇ ਨਹੀਂ ਜਾ ਰਿਹਾ। ਜੇ ਇਨਸਾਨ ਨੂੰ ਇਹ ਸੋਝੀ ਆ ਵੀ ਜਾਏ ਤਾਂ ਕੀ ਉਹ ਆਤਮਿਕ ਜੀਵਨ ਦੇ ਸਫ਼ਰ ਵਿੱਚ ਤੁਰ ਪੈਂਦਾ ਹੈ? ਇਹ ਵੀ ਇੱਕ ਬੜਾ ਇੰਪੋਰਟੈਂਟ ਸਵਾਲ ਹੈ ਕਿ ਅਸੀਂ ਰੋਜ਼ ਸੁਣਦੇ ਹਾਂ, ਗੁਰਬਾਣੀ ਵਿੱਚ ਪੜ੍ਹਦੇ ਹਾਂ, ਅਸੀਂ ਗੁਰਬਾਣੀ ਦੀ ਕਥਾ ਵੀ ਸੁਣਦੇ ਹਾਂ, ਵਿਚਾਰਦੇ ਵੀ ਹਾਂ, ਲੇਕਿਨ ਫਿਰ ਵੀ ਸਾਡੇ ਅੰਦਰ ਜਿਹੜੀ ਆ ਉਸ ਪਾਸੇ ਵੱਲ ਤੁਰਨ ਦੀ ਜਿਹੜੀ ਹੈ ਉਹ ਹਿੰਮਤ ਨਹੀਂ ਆ ਪਾਉਂਦੀ। ਅਸੀਂ ਹਿੰਮਤ ਨਹੀਂ ਜੁਟਾ ਪਾਉਂਦੇ। ਆਮ ਤੌਰ ਤੇ ਅਸੀਂ ਸਾਰੇ ਹੀ ਬਾਹਰੋਂ ਧਰਮੀ ਅਤੇ ਅੰਦਰੋਂ ਦੁਨੀਆਦਾਰ ਹੀ ਰਹਿੰਦੇ ਹਾਂ। ਭਾਵ ਕਹਿੰਦੇ ਨੇ ਕਿ ਸਿਆਣਿਆਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਭਾਵ ਜਿੰਨਾ ਮਰਜ਼ੀ ਸਮਝਾਏ ਸਾਨੂੰ, ਗੁਰੂ ਸਾਹਿਬ ਸਮਝਾ ਰਹੇ ਹਨ, ਸਾਨੂੰ ਬੜੇ ਪਿਆਰ ਨਾਲ ਸਮਝਾ ਰਹੇ ਹਨ, ਕਿਤੇ ਝਿੜਕਦੇ ਵੀ ਹਨ। ਜੇ ਗੁੜ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ, ਸਾਨੂੰ ਸਮਝਾਉਂਦੇ ਹਨ, ਲੇਕਿਨ ਅਸੀਂ ਫਿਰ ਵੀ ਸਮਝਦੇ ਨਹੀਂ ਹਾਂ। ਆਮ ਤੌਰ ਤੇ ਜਦੋਂ ਅਸੀਂ ਬਾਹਰੋਂ ਧਰਮੀ ਹੁੰਦੇ ਹਾਂ ਤੇ ਅੰਦਰੋਂ ਦੁਨੀਆਦਾਰ ਹੁੰਦੇ ਹਾਂ, ਪਰ ਕੀ ਇਹ ਤਰੀਕਾ ਫਾਇਦੇਮੰਦ ਹੁੰਦਾ ਹੈ ਕਿ ਅਸੀਂ ਚੱਲਣ ਲੱਗਿਆ ਚੰਗੇ ਪਾਸੇ ਵੱਲ, ਚੰਗੇ ਕੰਮ ਕਰੀਏ, 2 ਕੰਮ ਚੰਗੇ ਕੰਮ ਕਰ ਲਏ, ਸਵੇਰੇ ਗੁਰਦੁਆਰੇ ਚਲੇ ਗਏ, ਉਸ ਤੋਂ ਬਾਅਦ ਸ਼ਾਮ ਨੂੰ ਜਿਹੜੇ ਹਨ ਉਹ ਨਸ਼ੇ ਵਾਲੇ ਪਾਸੇ ਵੀ ਚਲੇ ਗਏ, ਹੋਰ ਵੀ ਜਿਹੜੇ ਠੱਗੀਆਂ ਮਾਰਨੀਆਂ ਹਨ। ਅਸੀਂ ਆਪਣੀ ਦੁਕਾਨ ਤੇ ਬੈਠੇ ਹਾਂ, ਸੁਖਮਨੀ ਸਾਹਿਬ ਦਾ ਪਾਠ ਵੀ ਕਰ ਰਹੇ ਹਾਂ, ਲੇਕਿਨ ਫਿਰ ਵੀ ਘੱਟ ਤੋਲ ਰਹੇ ਹਾਂ। ਅਸੀਂ ਆਪਣੇ ਦਫ਼ਤਰ ਵਿੱਚ ਬੈਠੇ ਹਾਂ, ਉੱਥੇ ਅਸੀਂ ਸਿਮਰਨ ਵੀ ਕਰ, ਵਾਹਿਗੁਰੂ ਵਾਹਿਗੁਰੂ ਵੀ ਕਰ ਰਹੇ ਹਾਂ, ਲੇਕਿਨ ਫਿਰ ਵੀ ਜਿਹੜੇ ਅਸੀਂ ਕਰਪਸ਼ਨ ਵਿੱਚ ਹਾਂ, ਅਸੀਂ ਫਿਰ ਵੀ ਜਿਹੜੀ ਹੈ ਉਹ ਰਿਸ਼ਵਤ ਲੈਣ ਤੋਂ ਅਸੀਂ ਨਹੀਂ ਜਿਹੜੇ ਹਾਂ ਬਾਜ ਆਉਂਦੇ। ਤੇ ਜੇ ਕੋਈ ਸਾਡੇ ਕੋਲ ਕੋਈ ਪਾਵਰ ਹੈ ਤਾਂ ਫਿਰ ਵੀ ਅਸੀਂ ਪਰਮਾਤਮਾ ਦੇ ਨਾਂ ਦੇ ਉੱਪਰ, ਰੱਬ ਦੇ ਨਾਂ ਦੇ ਉੱਪਰ, ਕਿ ਇਹ ਰਾਜ ਅਸੀਂ ਰੱਬ ਦੇ ਨਾਂ ਦੇ ਉੱਪਰ ਕਰ ਰਹੇ ਹਾਂ, ਲੇਕਿਨ ਲੋਕਾਂ ਦਾ ਫਿਰ ਵੀ ਅਸੀਂ ਖੂਨ ਚੂਸਨੇ ਆ। ਤੋ ਇਹ ਸਾਡੇ ਜੀਵਨ ਦੇ ਅੰਦਰ ਜਿਹੜੀ ਹੈ ਚੇਂਜਿਸ ਜਿਹੜੇ ਹਨ ਉਹ ਨਹੀਂ ਆਉਂਦੇ। ਅਸੀਂ ਆਪਣੇ ਜੀਵਨ ਦੇ ਵਿੱਚ ਉੱਥੇ ਹੀ ਜਿਵੇਂ 2 ਕਦਮ ਅੱਗੇ ਚੱਲੇ ਤੇ 4 ਕਦਮ ਪਿੱਛੇ ਚਲੇ ਗਏ, ਤੇ ਫਿਰ ਸਾਡੀ ਪ੍ਰੋਗਰੈਸ ਕੀ ਹੋਏਗੀ? ਉਹ ਇਟਸ ਐਵਰੀਬਾਡੀਜ਼ ਗੈਸ। ਹਰ ਇੱਕ ਬੰਦਾ ਉਸ ਨੂੰ ਸਮਝ ਸਕਦਾ ਕਿ ਭਾਵ ਕੁਝ ਨਹੀਂ ਹੋਣਾ। ਤੇ ਉਹ ਜਿਸ ਵੇਲੇ ਸਰਾਫਾਂ ਦੀ ਨਜ਼ਰ ਵਿੱਚ ਆਉਂਦਾ ਹੈ, ਜਿਵੇਂ ਅਸੀਂ ਗੱਲ ਕਿਹਾ ਗੁਰੂ ਸਾਨੂੰ ਪਰਖਦਾ ਹੈ, ਜਿੱਥੋਂ ਅਸੀਂ ਅੱਜ ਦੀ ਵਿਚਾਰ ਸ਼ੁਰੂ ਕੀਤੀ ਸੀ, ਤੇ ਗੁਰੂ ਸਾਨੂੰ ਪਰਖਦਾ ਹੈ। ਤੇ ਜਦੋਂ ਅਸੀਂ ਆਪ ਨੂੰ ਨਹੀਂ ਪਰਖਦੇ ਤੇ ਸਾਡੇ ਅੰਦਰ ਕੋਈ ਇੰਪਰੂਵਮੈਂਟ ਨਹੀਂ ਹੋ ਸਕਦੀ। ਕਿ ਜਦੋਂ ਅਸੀਂ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਕੁਝ ਆਪਣਾ ਧਿਆਨ ਲਗਾਵਾਂਗੇ ਕਿ ਮੇਰੇ ਅੰਦਰ ਇਹ ਕਮੀਆਂ ਹਨ, ਤਾਂ ਉਹ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਲੇਕਿਨ ਜਦੋਂ ਮੈਨੂੰ ਆਪਣੀ ਕਮਜ਼ੋਰੀ ਨਹੀਂ ਪਤਾ ਤੇ ਮੈਂ ਕਮਜ਼ੋਰ ਹੀ ਰਵਾਂਗਾ, ਮੈਂ ਕਿਵੇਂ ਤਾਕਤਮੰਦ ਹੋ ਸਕਦਾ, ਮੈਂ ਕਿਵੇਂ ਉਸ ਕਮਜ਼ੋਰੀ ਨੂੰ ਦੂਰ ਕਰ ਸਕਦਾ ਹਾਂ? ਤਾਂ ਉਸ ਵੇਲੇ ਜਿਸ ਵੇਲੇ ਗੁਰੂ ਸਾਡੀ ਪਰਖ ਕਰਦਾ, ਅਸੀਂ ਆਪਣੀ ਪਰਖ ਕਰੀਏ ਜਾਂ ਨਾ ਕਰੀਏ, ਗੁਰੂ ਨੇ ਸਾਡੀ ਪਰਖ ਕਰਨੀ ਹੈ। ਉਹ ਕਰ ਰਿਹਾ ਹੈ, 24 ਘੰਟੇ ਕਰ ਰਿਹਾ ਹੈ, ਜਿਸ ਨੂੰ ਗੁਰਬਾਣੀ ਅੰਦਰ ਚਿੱਤਰ ਔਰ ਗੁਪਤ ਦੀ ਗੱਲ ਗਈ ਹੈ ਕਿ ਜਿਹੜੇ ਗੁਪਤ ਚਿੱਤਰ ਜਿਹੜੇ ਹਨ, ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ, ਉਹ ਸਾਡੇ ਫੋਟੋਆਂ ਖਿੱਚ ਰਿਹਾ, ਸਾਡੀ ਵੀਡੀਓ ਬਣਾ ਰਿਹਾ CCTV ਕੈਮਰੇ ਦੇ ਨਾਲ, ਤੇ ਉਹ ਸਾਡੇ ਸਾਹਮਣੇ ਆ ਜਾਣੀ ਹੈ ਕਿ ਕਹਾਂ ਤੇ ਖਟਿਆ ਕਹਾਂ ਗਵਾਇਆ, ਤੂੰ ਇਹ ਸਵਾਸ ਕਿਵੇਂ ਜਿਹੜੇ ਹਨ ਵਿਅਰਥ ਕੀਤੇ ਹਨ।
ਉਹ ਸਾਰੀ ਪਿਕਚਰ ਸਾਨੂੰ ਸਾਡੇ ਸਾਹਮਣੇ ਆ ਜਾਣੀ ਹੈ ਤੇ ਫਿਰ ਅਸੀਂ ਆਪਣਾ ਮੂੰਹ ਕਿਤੇ ਲੁਕਾਵਾਂਗੇ? ਆਪ ਕਿਤੇ ਵੀ ਨਹੀਂ ਲੁਕਾ ਸਕਦੇ, ਫਿਰ ਸ਼ਰਮਿੰਦੇ ਹੋਵਾਂਗੇ। ਉਗੜ ਗਿਆ ਜੈਸੇ ਖੋਟਾ ਢਗੂਆ, ਨਦਰ ਸਰਾਫਾਂ ਆਇਆ। ਜਿਵੇਂ ਜਿਵੇਂ ਕੋਈ ਖੋਟਾ ਰੁਪਈਆ ਸਰਾਫਾਂ ਦੀ ਨਜ਼ਰ ਪੈਂਦਾ ਹੈ, ਜੇ ਕਿਸੇ ਸਰਾਫ ਦੀ ਨਜ਼ਰ 'ਚ ਨਾ ਪਵੇ, ਇਹ ਤੇ ਗੁਰੂ ਸਰਾਫ ਹੈ। ਗੁਰੂ ਨੇ ਸਾਡੇ ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਡੇ ਅੰਦਰ ਦੀ ਜਾਣਦਾ ਹੈ, ਸਾਡੇ ਕਹਿਣ ਤੋਂ ਪਹਿਲਾਂ ਵੀ ਉਹ ਪ੍ਰਮਾਤਮਾ ਸਾਡੀ ਗੱਲ ਨੂੰ ਬੂਝ ਲੈਂਦਾ ਕਿ ਇਹ ਕੀ ਮਨਸੂਬੇ ਬਣਾ ਰਿਹਾ ਹੈ। ਲੇਕਿਨ ਉਹਨੇ ਸਾਨੂੰ ਇੱਕ ਫ੍ਰੀ ਵਿਲ ਦਿੱਤੀ ਹੋਈ ਹੈ, ਸਾਨੂੰ ਹੱਥ ਪੈਰ ਦਿੱਤੇ ਹਨ, ਸਾਨੂੰ ਗਿਆਨ ਇੰਦਰੇ ਕਰਮ ਇੰਦਰੇ ਦਿੱਤੇ ਹਨ, ਖੁੱਲ੍ਹ ਛੁੱਟ ਦਿੱਤੀ ਹੈ ਕਿ ਜਿਸ ਤਰ੍ਹਾਂ ਦੀ ਸੰਗਤ ਕਰੇਗੇ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਪਾਏ। ਤੇ ਜੇ ਉਹਨੂੰ ਲੋੜੇ ਦਾਖ ਬਜੋਰੀਆਂ ਤੇ ਕਿੱਕਰ ਬੀਜੇ ਜੱਟ, ਤੇ ਜੇ ਕਿੱਕਰ ਦਾ ਦਰਖਤ ਦਾ ਬੀਜ ਪਾ ਦਿੱਤਾ ਹੈ ਤੇ ਉਹ ਕਿੱਕਰ ਹੀ ਉੱਗੇਗਾ, ਉਸ ਦੇ ਅੰਦਰ ਦਾਖਾਂ ਨਹੀਂ ਜਿਹੜੀਆਂ ਉਹ ਉੱਗਣਗੀਆਂ। ਤੇ ਇਸ ਤਰ੍ਹਾਂ ਹੀ ਜਿਹਾ ਬੀਜੇ ਸੋ ਲੁਣੇ ਕਰਮਾ ਸੰਜਰਾ ਖੇਤ, ਕਿ ਜਿਸ ਤਰ੍ਹਾਂ ਅਸੀਂ ਬੀਜਾਂਗੇ ਉਸ ਤਰ੍ਹਾਂ ਹੀ ਅਸੀਂ ਵੱਢਾਂਗੇ ਉਸ ਨੂੰ। ਤੇ ਜਿਸ ਵੇਲੇ ਐਸੇ ਕਰਮ ਜਿਹੜੇ ਹਨ, ਜਿਸ ਵੇਲੇ ਸਾਡੀ ਪਰਖ ਹੁੰਦੀ ਹੈ ਪਰਮਾਤਮਾ ਦੀ ਦਰਗਾਹ ਦੇ ਅੰਦਰ, ਇਨ ਹਿਜ਼ ਹੋਲੀ ਪ੍ਰੈਜ਼ੈਂਸ, ਤਾਂ ਫਿਰ ਕੀ ਆਂਦਾ ਹੈ ਕਿ ਨਦਰ ਸਰਾਫਾਂ ਆਇਆ। ਜਿਵੇਂ ਜਿਵੇਂ ਕੋਈ ਖੋਟਾ ਰੁਪਈਆ ਸਰਾਫਾਂ ਦੀ ਨਜ਼ਰੇ ਪੈਂਦਾ ਹੈ ਤਾਂ ਉਸ ਦਾ ਖੋਟ ਪਰਖ ਦਿਸ ਪੈਂਦਾ ਹੈ, ਪ੍ਰਤੱਖ ਦਿਸ ਪੈਂਦਾ ਹੈ। ਜਿਵੇਂ ਜਿਹੜਾ ਮਨੁੱਖ ਅੰਦਰੋਂ ਤਾਂ ਵਿਕਾਰੀ ਹੈ ਪਰ ਬਾਹਰੋਂ ਧਾਰਮਿਕ ਭੇਖੀ ਹੈ, ਉਹ ਪਰਮਾਤਮਾ ਪਾਸੋਂ ਆਪਣਾ ਅੰਦਰਲਾ ਖੋਟ ਲੁਕਾ ਨਹੀਂ ਸਕਦਾ। ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਦੀ ਹਰੇਕ ਕਰਤੂਤ ਨੂੰ ਜਾਣਦਾ ਹੈ। ਅੰਤਰਜਾਮੀ ਸਭ ਕੁਝ ਜਾਣਾ ਹੈ, ਉਸ ਤੇ ਕਹਾਂ ਛੁਪਾਇਆ। ਆਪ ਉਸ ਤੋਂ ਜਿਹੜਾ ਹੈ ਛੁਪਾਇਆ ਨਹੀਂ ਜਾ ਸਕਦਾ। ਅਸੀਂ ਸ਼ਰਮਸਾਰ ਹੋਵਾਂਗੇ ਜਿਉਂ ਸਾਡੇ ਜਿਹੜੇ ਔਗਣ ਹਨ ਸਾਡੇ ਸਾਹਮਣੇ ਦਿਖਾਏ ਜਾਣਗੇ। ਜੇ ਆਮ ਤੌਰ ਤੇ ਕਿਸੇ ਨੂੰ, ਚੋਰ ਨੂੰ ਕਹੋ ਵੀ ਤੂੰ ਚੋਰੀ ਕੀਤੀ ਹੈ, ਉਹ ਮੰਨਦਾ ਨਹੀਂ ਹੈ, ਲੇਕਿਨ ਜਦੋਂ ਉਹਦੇ ਸਾਹਮਣੇ ਉਸ ਦਾ ਪ੍ਰੂਫ ਦੇ ਦਿੱਤਾ ਜਾਏ, ਡਾਕੂਮੈਂਟ ਦਿੱਤੇ ਜਾਣ, ਤਾਂ ਫਿਰ ਕੋਰਟ ਵੀ ਉਸ ਨੂੰ ਮੰਨ ਕੇ ਜਿਹੜਾ ਹੈ ਉਹ ਸਜ਼ਾ ਦਿੰਦਾ ਹੈ। ਤਾਂ ਅਸੀਂ ਵੀ ਸਜ਼ਾ ਦੇ ਭਾਗੀ ਹੋਵਾਂਗੇ ਜੇਕਰ ਅਸੀਂ ਆਪਣੀਆਂ ਕਰਤੂਤਾਂ ਨੂੰ ਸਵਾਸ ਰਹਿੰਦੇ, ਜੀਵਨ ਰਹਿੰਦੇ, ਅਗਰ ਅਸੀਂ ਉਹਨੂੰ ਠੀਕ ਨਹੀਂ ਕਰਾਂਗੇ। ਅੰਗ 302 ਦੇ ਉੱਪਰ ਪੌੜੀ ਜੋ ਹੈ ਉਸ ਵਿੱਚ ਸਾਨੂੰ ਸਤਿਗੁਰ ਬਖਸ਼ਿਸ਼ ਕਰ ਰਹੇ ਹਨ, ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚੇ ਭਾਵੇ। ਕਿ ਜਦੋਂ ਤੂੰ ਐਨਾਲਿਸਿਸ ਕਰਨ ਲੱਗਣਾ ਹੈ, ਜਿਉਂ ਤੂੰ ਸਾਡੀ ਪਰਖ ਕਰਦਾ ਹੈ, ਤਾਂ ਉਸ ਵੇਲੇ ਤੇਰੀ ਯਾਰਡਸਟਿਕ ਕੀ ਹੈ ਪਰਖ ਕਰਨ ਦੀ? ਉਹ ਹੈ ਕਿ ਤੂੰ ਸੱਚਾ ਸਾਹਿਬ ਸੱਚ ਹੈ, ਸੱਚ ਸੱਚਾ ਭਾਵੇ। ਪ੍ਰਭੂ ਸੱਚਾ ਸੱਚ ਹੈ ਅਤੇ ਉਸ ਨੂੰ ਸੱਚੇ ਹੀ ਪਾਉਂਦੇ ਹਨ। ਜੋ ਤੁਧ ਸੱਚ ਸਲਾਹੇਂਦੇ ਤਿਨ ਜਮ ਕੰਕਰ ਨੇੜ ਨਾ ਹੋਵੇ। ਭਾਵ ਜਿਹੜੇ ਤੇਰੀ ਸਲਾਹ ਕਰਦੇ ਨੇ, ਨਾਮ ਸਿਮਰਨ ਕਰਦੇ ਹਨ, ਸੇਵਾ ਵਿੱਚ ਲੱਗੇ ਹਨ, ਉਹਨਾਂ ਨੂੰ ਜਮ ਜਿਹੜਾ ਉਹਨਾਂ ਦੇ ਨੇੜੇ ਨਹੀਂ ਆ। ਭਾਵ ਜਿਹੜੇ ਗੁਰਸਿੱਖ ਹਨ ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ। ਗੁਰਸਿੱਖਾਂ ਦੇ ਰਸਤੇ ਹੀ ਜਿਹੜੇ ਹਨ ਉਹ ਅਲੱਗ ਹਨ। ਉਹ ਸਿੱਧੇ ਹੀ ਨਿਰੰਕਾਰ ਦੇ ਦੇਸ਼ ਜਾਂਦੇ ਹਨ, ਉਹ ਪ੍ਰੀਤਮ ਕੇ ਦੇਸ਼ ਜਾਂਦੇ ਹਨ, ਲੇਕਿਨ ਗੱਲਾਂ ਨਾਲ ਨਹੀਂ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੁਣ ਜਾਈਏ? ਪ੍ਰੀਤਮ ਕੇ ਦੇਸ਼ ਜਾਂਦੇ ਹਨ, ਲੇਕਿਨ ਉਹ ਨਾਮ ਧਿਆ ਕਰਕੇ, ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ। ਫਿਰ ਉਹਨਾਂ ਦਾ ਕੀ ਅਸਰ ਕੀ ਹੁੰਦਾ ਹੈ? ਉਹਨਾਂ ਦੀ ਕਿਸ ਤਰ੍ਹਾਂ ਦੀ ਇਮੇਜ ਜਿਹੜੀ ਹੈ ਉਹ ਸਾਹਮਣੇ ਹੁੰਦੀ ਹੈ? ਤਿਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸੱਚਾ ਭਾਵੈ। ਭਾਵ ਸੱਚੇ ਦੇ ਗੁਣ ਗਾਉਂਦੇ ਹਨ, ਉਹਨਾਂ ਨੂੰ ਦਰਗਾਹ ਵਿੱਚ ਮਾਣ ਮਿਲਦਾ ਹੈ। ਮੂੰਹ ਕਾਲੇ ਕੁੜਿਆਰੀਆਂ ਕੁੜਿਆਰ ਕੂੜੋ ਹੋਏ ਜਾਵੇਂ। ਉੱਚੇ ਆਚਰਨ ਤੋਂ ਬਿਨਾ ਉਹ ਮਨੁੱਖ ਜਿਹੜੇ ਹਨ ਕੂੜੇ ਅਤੇ ਕਪਟੀਆਂ ਨੂੰ ਨਮੋਸ਼ੀ ਦੀ ਹੀ ਪੱਲੇ ਪੈਂਦੀ ਹੈ। ਜਿਵੇਂ ਅਸੀਂ ਜਪਜੀ ਸਾਹਿਬ ਦੇ ਸ਼ਲੋਕ ਨੂੰ ਪੜ੍ਹਦੇ ਹਾਂ, ਅਸੀਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਧਰਮਰਾਜ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਇਹ ਚੰਗੀਆਂ ਅਸੀਂ ਮੁੱਖੋਂ ਭਾਵੇਂ ਜਿੰਨੇ ਚੰਗੀਆਂ, ਕਹਿੰਦਾ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ ਬਾਹਰੋਂ ਚਿੱਟੀਆਂ। ਬਾਹਰੋਂ ਅਸੀਂ ਚਿੱਟੇ ਹਾਂ, ਅੰਦਰੋਂ ਅਸੀਂ ਕਾਲੇ ਹਾਂ। ਰੀਸਾਂ ਕਰੇ ਤਨਾੜੀਆਂ ਜੋ ਸੇਵੇਂ ਦਰ ਖੜੀਆਂ, ਕਿ ਅਸੀਂ ਉਹਨਾਂ ਦੀ ਰੀਸ ਕਰਦੇ ਹਾਂ ਜਿਹੜੇ ਦਰ ਖਲੋ ਕੇ 24 ਘੰਟੇ 8 ਪੈਰ ਪ੍ਰਭ ਸਦਾ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਉਹ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੇ ਢੀਲਾ। ਉਹ ਜਰਾ ਵੀ ਢਿੱਲ ਨਹੀਂ ਵਰਤਦੇ, ਹਮੇਸ਼ਾ ਹੀ ਉਸ ਪਰਮਾਤਮਾ ਦੇ ਦਰ ਤੇ ਸਿਮਰਨ ਕਰਦਿਆਂ ਜਿਹੜੇ ਹਨ ਜੁੜੇ ਰਹਿੰਦੇ ਹਨ। ਸੋ ਉਹਨਾਂ ਦੀ ਅਵਸਥਾ ਜਿਹੜੀ ਹੈ ਉਹ ਕਿਸ ਤਰ੍ਹਾਂ ਬਣਦੀ ਹੈ? ਜੈ ਕਰਨੀ ਤੈ ਪੂਰੀ ਮਤ, ਕਰਨੀ ਬਾਝੋਂ ਕੱਟੇ ਕੱਟ।
ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਜਿਸ ਮਨੁੱਖ ਦੇ ਅੰਦਰ ਉੱਚਾ ਆਚਰਣ ਬਣ ਜਾਂਦਾ ਹੈ, ਉਸ ਦੀ ਸੂਝ-ਬੂਝ ਅਕਲ ਵੀ ਗੰਭੀਰ ਹੋ ਜਾਂਦੀ ਹੈ। ਉੱਚੇ ਆਚਰਣ ਤੋਂ ਬਿਨਾਂ ਮਨੁੱਖ ਦੀ ਸੂਝ-ਬੂਝ ਵੀ ਜਿਹੜੀ ਹੈ ਉਹ ਨੀਵੀਂ ਰਹਿ ਜਾਂਦੀ ਹੈ। ਤੋ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀਗੀ ਕਿ ਯੂ ਸੋ ਅ ਥਾਟ ਯੂ ਰੀਪ ਐਨ ਐਕਸ਼ਨ, ਤੇ ਯੂ ਸੋ ਕਰੈਕਟਰ ਯੂ ਰੀਪ ਐ ਨੇਸ਼ਨ। ਤੋ ਜਿਸ ਤਰ੍ਹਾਂ ਦਾ ਸਾਰਾ ਸੰਸਾਰ ਨਜ਼ਰ ਆ ਰਿਹਾ ਹੈ, ਉਹ ਇਹੀ ਸਾਨੂੰ ਦੱਸਦਾ ਹੈ ਕਿ ਉਹਨਾਂ ਦੇ ਮਨ ਦੇ ਵੀ ਜਿਹੜੇ ਸੰਕਲਪ ਹਨ, ਜਿਹੜੇ ਵਿਚਾਰ ਹਨ, ਜਿਹੜਾ ਸੀਡ ਹੈ, ਉਹੀ ਜਿਹੜਾ ਹੈ ਉਹ ਗਲਤ ਹੈ। ਤੋ ਇਸ ਕਰਕੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਗੁਰਬਾਣੀ ਤੋਂ ਸਾਨੂੰ ਕੀ ਕਰਨ ਦੀ ਸੋਝੀ ਮਿਲਦੀ ਹੈ। ਅਸੀਂ ਗੁਰਬਾਣੀ ਦੇ ਨਾਲ ਜੁੜੀਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ है। गुरबाणी आधार है, मैं गुरबाणी आधार है। गुरबाणी इस जग में चानन करम वसे मन आए। ये चानन है जिसने साडे जीवन अंधेर ਜਿਹੜੇ ਮਾਇਆ ਦੇ ਅੰਧੇਰੇ ਦੇ ਵਿੱਚ ਅਸੀਂ ਹਾਂ, ਉਸ ਨੂੰ ਦੂਰ ਕਰਕੇ ਸਾਡੇ ਮਨ ਦੇ ਅੰਦਰ ਚਾਨਣਾ ਕਰਨਾ ਹੈ ਗੁਰੂ ਨੇ। ਤੇ ਗੁਰਬਾਣੀ ਸਾਨੂੰ ਕੀ ਕਹਿੰਦੀ ਹੈ? ਉਹ ਸਾਨੂੰ ਕਹਿੰਦੀ ਹੈ ਉਦਮ ਕਰਿੰਦੇ ਆ ਜੀਓ ਤੂੰ, ਕਿ ਤੂੰ ਆਲਸ ਨੂੰ ਆਪਣੇ ਨੇੜੇ ਨਹੀਂ ਆਣ ਦੇਣਾ। ਆਲਸ ਛੀਜ ਗਿਆ ਇਸ ਤਨ ਤੇ ਸਤਿਗੁਰ ਸਿਓ ਮਨ ਮਾਨਿਆ। ਕਿ ਜਦੋਂ ਅਸੀਂ ਗੁਰਬਾਣੀ ਨਾਲ ਜੁੜੇ ਤੇ ਗੁਰਬਾਣੀ ਦੇ ਵਿੱਚ ਜਦੋਂ ਸਿੱਖਿਆ ਨੂੰ ਪੜ੍ਹਿਆ ਤੇ ਸਾਡੇ ਮਨ ਜਿਹੜੇ ਹਨ ਉਹ ਰੋਸ਼ਨ ਹੋ ਗਏ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਅਸੀਂ ਉਸ ਇੱਕ ਸਿੱਖਿਆ ਜਿਹੜੀ ਹੈ ਇੱਕ ਮਾਤਰਾ ਵੀ ਥੋੜੀ ਵੀ ਕਰਕੇ ਆਪਣੇ ਮਨ ਵਿੱਚ ਕਰਾਂਗੇ ਤੇ ਸਾਡਾ ਮਨ ਜਿਹੜਾ ਹੈ ਉਹ ਰੋਸ਼ਨ ਦਿਮਾਗ ਹੋ ਜਾਏਗਾ, ਚਾਨਣ ਹੋ ਜਾਏਗਾ। ਤੇ ਉਦਮ ਕਰੇਂਦਿਆ ਜਿਉ ਤੂੰ, हे ਨਾਨਕ 522 ਅੰਕ ਦੇ ਉੱਪਰ ਸਤਿਗੁਰ ਨੇ ਸਾਨੂੰ ਫਰਮਾਇਆ ਹੈ ਕਿ ਉਦਮ ਕਰਦਿਆਂ ਆਤਮਿਕ ਜੀਵਨ ਮਿਲਦਾ ਹੈ। ਇਹ ਨਾਮ ਦੀ ਕਮਾਈ ਕੀਤਿਆਂ ਸੁਖ ਮਾਣੀਦਾ ਹੈ। ਉਦਮ ਕਰਦਿਆਂ ਜਿਉ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਨਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਸਾਡੀ ਚਿੰਤਾ ਜਿਹੜੀ ਹੈ ਨਾਮ ਸਿਮਰਿਆ ਪਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਜਿਹੜੀ ਹੈ ਉਹ ਮਿਟ ਜਾਂਦੀ ਹੈ। ਉਹ ਸਹੀ ਮਾਰਗ ਕਿਹੜਾ ਹੈ ਜਿਸ ਪਾਸੇ ਉਦਮ ਕੀਤਾ ਜਾਏ? ਹੁਣ ਇਹ ਸਵਾਲ ਪੈਦਾ ਹੁੰਦਾ ਹੈ ਇੰਨੀ ਵਿਚਾਰ ਤੋਂ ਬਾਅਦ ਕਿ ਕਿਹੜਾ ਉਦਮ ਭਲਾ ਹੈ, ਕਿਹੜਾ ਬੋਲ ਬੋਲੀਏ, ਕਿਹੜੇ ਕੰਮ ਕਰੀਏ। ਮੂੰਹ ਕੇ ਬੋਲਣ ਬੋਲੀਏ ਜਿਸੂ ਤਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਤੋ ਸਤਿਗੁਰ ਸਾਨੂੰ ਇਹ ਬਖਸ਼ਿਸ਼ ਕਰਦੇ ਹਨ ਸੁਖਮਨੀ ਸਾਹਿਬ ਦੇ ਅੰਦਰ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਕਿ ਅਸੀਂ ਹਰੀ ਦਾ ਨਾਮ ਜਪੀਏ ਔਰ ਨਿਰਮਲ ਕੰਮ ਕਰੀਏ। ਸਭ ਤੋਂ ਸ੍ਰੇਸ਼ਟ ਜਿਹੜਾ ਹੈ ਉਹ ਸਾਡਾ ਫਰਜ਼, ਧਰਮ ਦਾ ਮਤਲਬ ਫਰਜ਼, ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਉਸ ਪਰਮਾਤਮਾ ਦੇ ਨਾਲ ਜੁੜੇ ਰਹੀਏ ਤੇ ਉਸ ਪਰਮਾਤਮਾ ਨਾਲ ਜੁੜ ਕਰਕੇ ਅਸੀਂ ਇਹ ਗੁਣ ਆਪਣੇ ਅੰਦਰ ਜਿਹੜੀ ਹੈ ਉਹ ਪੈਦਾ ਕਰੀਏ। ਹਰ ਕੋ ਨਾਮ ਜਪ ਨਿਰਮਲ ਕਰਨ, ਹਰੀ ਦਾ ਨਾਮ ਜਪੀਏ ਤੇ ਫਿਰ ਸਾਡੇ ਜਿਹੜੇ ਐਕਸ਼ਨਸ ਹਨ ਉਹ ਵੀ ਸਾਨੂੰ ਡਿਟਰਮਨ ਕਰਨ ਕਿ ਇਹ ਬੰਦਾ ਚੰਗਾ ਹੈ ਜਾਂ ਮਾੜਾ ਹੈ। ਕਹਿਣ ਨਾਲ ਤਾਂ ਸਾਰੇ ਹੀ ਅਸੀਂ ਚੰਗੇ ਹਾਂ, ਲੇਕਿਨ ਚੰਗੇ ਕੌਣ ਹਨ? ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬੈਰ ਹੋਏ। ਕਿ ਜੇ ਨੀਚ ਕੰਮ ਕਰਾਂਗੇ ਤੇ ਅਸੀਂ ਰੋਵਾਂਗੇ, ਤੇ ਅਸਲ 'ਚ ਉੱਤਮ ਉਹ ਹਨ ਜਿਹਨੂੰ ਦਰਗਾਹ ਦੇ ਵਿੱਚ ਉੱਤਮ ਕਿਹਾ ਜਾਏਗਾ। ਪ੍ਰਭੂ ਪਰਮਾਤਮਾ ਦੀ ਨਿਗਾਹ ਦੇ ਵਿੱਚ, ਗੁਰੂ ਦੀ ਨਿਗਾਹ ਦੇ ਵਿੱਚ ਅਗਰ ਅਸੀਂ ਕਬੂਲ ਹੋਵਾਂਗੇ ਤਾਂ ਫਿਰ ਹੀ ਅਸੀਂ ਜਿਹੜੇ ਹਨ ਉਹ ਉੱਤਮ ਕਹੇ ਜਾ ਸਕਦੇ ਹਾਂ। ਸਗਲ ਕਿਰਿਆ ਮੇਂ ਉੱਤਮ ਕਿਰਿਆ, ਕਿ ਕਿਹੜੀ ਕਿਰਿਆ ਸਭ ਤੋਂ ਉੱਤਮ ਹੈ? ਸਾਧ ਸੰਗ ਦੁਰਮਤ ਮਲ ਹਿਰਿਆ। ਕਿ ਸਾਧ ਸੰਗਤ ਵਿੱਚ ਨਾਮ ਸਿਮਰਨ ਕਰਕੇ ਆਪਣੇ ਮਨ ਦੇ ਉੱਤੋਂ ਜਿਹੜੀ ਜਨਮ ਜਮਾਤਨਾ ਦੀ ਮੈਲ ਲੱਗੀ ਹੈ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲ ਨਾ ਹੋ ਗਈ, ਜੇ ਸੋ ਧੋਵਣ ਪਾ। ਜਿਵੇਂ ਰਹਿਟ ਹੁੰਦਾ ਹੈ ਤਾਂ ਰਹਿਟ ਦੇ ਉੱਤੇ ਜਿਹੜਾ ਚੱਕਾ ਘੁੰਮਦਾ ਹੈ, ਉਹਦੇ ਜਿਹੜੀ ਗਰੀਸ ਲੱਗੀ ਹੁੰਦੀ ਹੈ ਉਹਨੂੰ ਪੂੰਝ ਕੇ ਉਹ ਕਿਸਾਨ ਜਿਹੜਾ ਹੈ ਉਹ ਇੰਨਾ ਮੈਲਾ ਹੋ ਜਾਂਦਾ ਹੈ ਕਿ ਉਹਨੂੰ ਤੰਦ ਮੈਲ ਪੈ ਜਾਂਦੀ ਹੈ। ਤੇ ਉਹ ਤੰਦ ਮੈਲ ਵੀ ਸਾਫ਼ ਜਿਹੜੀ ਹੋਣੀ ਹੈ ਉਹ ਨਾਮੁਮਕਿਨ ਜੀ ਗੱਲ ਹੈ। ਤਾਂ ਉਹੀ ਸਾਡੇ ਦੇ ਅੰਦਰ ਤੰਦ ਮੈਲ ਜਿਹੜੀ ਜਨਮ ਜਨਮ ਦੀ ਲੱਗੀ ਹੋਈ ਹੈ ਉਸ ਨੂੰ ਧੋਣਾ ਜਿਹੜਾ ਨਾਮੁਮਕਿਨ ਹੋਇਆ। ਲੇਕਿਨ ਸਾਧ ਸੰਗਤ ਵਿੱਚ ਬੈਠ ਕਰਕੇ ਸਾਡੇ ਅੰਦਰ ਉਹ ਜਿਹੜੀ ਹੈ ਮੈਲ ਜਿਹੜੀ ਹੈ ਉਹ ਉੱਤਮ ਉਤਰ ਸਕਦੀ ਹੈ। ਜੇ ਸਗਲ ਕਿਰਿਆ में उत्तम किरिया, साध संग दुर्मत मल हिरिया। सगल उत्तम में उद्दम भला। केड़ा उद्दम भला है? हर का नाम जपो जी सदा, सगल बाणी में अमृत बाणी, हर को जस सुन रसन वखाणी। कि की बोलना है असी, केड़ी अमृत बोल ਹਨ
ਜਿਹੜੇ ਅਸੀਂ ਬੋਲੀਏ, ਜਿਸ ਨੂੰ ਧਰੇ ਪਿਆਰ, ਕਿਸ ਤਰ੍ਹਾਂ ਉਸ ਨਾਲ ਪਿਆਰ ਪੈ ਸਕਦਾ ਹੈ? ਤੇ ਉਹ ਇਹ ਹੈਗਾ ਕਿ ਹਰ ਕੋ ਜਸ ਸੁਣ ਰਸਨ ਬਖਾਨੀ, ਉਹਨਾਂ ਨੂੰ ਸੁਣ ਕਰਕੇ ਜਿਹੜੇ ਹਨ ਜਸ ਹੈ ਪ੍ਰਭੂ ਦਾ ਜਸ, ਉਹਨੂੰ ਆਪਣੀ ਰਸਨਾ ਦੇ ਨਾਲ ਅਸੀਂ ਅੱਗੋਂ ਉਹਨੂੰ ਬਿਆਨ ਕਰੀਏ, ਉਸ ਨੂੰ ਪੜ੍ਹੀਏ। ਸਗਲ ਥਾਨ ਤੇ ਉਹ ਉੱਤਮ ਥਾਨ, ਕਿ ਕਿਹੜੀ ਜਗ੍ਹਾ ਤੇ ਅਸੀਂ ਬੈਠੀਏ, ਉਹ ਕਿਹੜਾ ਸਥਾਨ ਹੈ, ਕਿਹੜਾ ਉੱਤਮ ਸਥਾਨ ਹੈ ਜਿੱਥੇ ਬੈਠਣ ਦੇ ਨਾਲ ਸਾਡਾ ਜਿਹੜਾ ਹੈ ਉਹ ਬੈਠਣਾ ਜਿਹੜਾ ਹੈ ਉਹ ਸਫਲ ਮੰਨਿਆ ਜਾਏਗਾ ਤੇ ਸਾਡਾ ਸਮਾਂ ਜਿਹੜਾ ਹੈ ਉਹ ਚੰਗੇ ਪਾਸੇ ਜਿਹੜਾ ਬਤੀਤ ਹੋਇਆ ਜਿਹੜਾ ਉਹ ਮੰਨਿਆ ਜਾਏਗਾ। ਸੋ ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜੈ ਘਾਟ ਵਸੈ ਹਰ ਨਾਮ। ਉਹ ਹਿਰਦਾ ਜਿਹੜਾ ਹੈ ਉਹ ਉੱਤਮ ਜਗ੍ਹਾ ਹੈ, ਉਹ ਉੱਤਮ ਹੈ ਜਿੱਥੇ ਅਸੀਂ ਉਸ ਪਰਮਾਤਮਾ ਦੇ ਵਿੱਚ, ਜਿਸ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਹੈ। ਤੋ ਆਓ, ਇੰਨੀ ਵਿਚਾਰ ਹੈ। ਇਸ ਵਿਸ਼ੇ ਤੇ ਹੋਰ ਵੀ ਵਿਚਾਰਾਂ ਹੋ ਸਕਦੀਆਂ ਹਨ, ਲੇਕਿਨ ਸਮਾਂ ਜਿਹੜਾ ਹੈ ਉਹ ਲਿਮਟਿਡ ਹੈ। ਤੋ ਇਸ ਕਰਕੇ ਦਾਸ ਇੱਥੇ ਹੀ ਆਪ ਜੀ ਨੂੰ ਫਤਿਹ ਬੁਲਾਉਂਦਾ ਹੈ ਔਰ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਦੱਸੋ ਖਿਮਾ ਮੰਗਦਾ ਹੈ ਔਰ ਆਪ ਸਮਤ ਬਖਸ਼ੋ ਕਿ ਹੋਰ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਸੁਚੱਜੇ ਢੰਗ ਨਾਲ ਕਰ ਸਕੀਏ। ਆਓ ਮਿਲ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।